ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਸੰਗਤ ਜੀ, ਅੱਜ ਅਸੀਂ ਵਿਚਾਰਾਂ ਕਰਾਂਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਅਨੰਨ ਸੇਵਾਦਾਰ, ਬਹੁਤ ਵੱਡੇ ਵਿਦਵਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਜੀਵਨ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਵੀ। ਮਹਾਰਾਜ ਜੀ ਕਿਵੇਂ ਨਵਾਜਦੇ ਸਨ ਕਵੀਆਂ ਨੂੰ, ਤੇ ਥੋੜ੍ਹੇ ਅਸੀਂ ਦਰਸ਼ਨ ਕਰਾਂਗੇ। ਸੋ ਪਹਿਲਾਂ ਅਸੀਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਜੀਵਨ ਨੂੰ ਲੈਂਦੇ ਹਾਂ। ਬਹੁਤ ਉੱਚ ਦਰਜੇ ਦੇ ਲਿਖਾਰੀ ਕਵੀ, ਪੋਇਟ, ਰਾਈਟਰ, ਵਿਦਵਾਨ, ਸਾਹਿਤ ਨੂੰ ਗਹਿਰਾਈਆਂ ਦੇ ਨਾਲ ਛੂਹਣ ਵਾਲੇ। ਤਾਂ ਵਿਦਵਾਨ ਇੱਕ ਵਾਰ ਇਕੱਠੇ ਹੋਏ ਸਨ ਬਨਾਰਸ ਦੇ ਵਿੱਚ। ਤਾਂ ਵਿਦਵਾਨਾਂ ਨੇ, ਜਿਹੜੇ ਸਹੀ ਮਾਇਨੇ 'ਚ ਵਿਦਵਾਨ ਹੁੰਦੇ ਨੇ ਨਾ, ਉਹ ਵਿਦਵਾਨ ਦੀ ਕਦਰ ਕਰਦੇ ਨੇ। ਵਿਦਵਾਨਾਂ ਨੇ ਕਿਹਾ ਸੀ ਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਭਾਈ ਸਾਹਿਬ ਜੀ ਵਰਗਾ ਕੋਈ ਵਿਦਵਾਨ ਪੈਦਾ ਨਹੀਂ ਹੋਇਆ ਅੱਜ ਤੱਕ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਭਾਈ ਸਾਹਿਬ ਜੀ ਦਾ ਜਿਹੜਾ ਜਨਮ ਹੈ ਇਹ 1787 ਵਿੱਚ ਹੋਇਆ ਸੀ, ਨੂਰਦਿਨ ਪਿੰਡ, ਜਿਹਨੂੰ ਨੂਰੇ ਦੀ ਸਰਾਂ ਵੀ ਕਹਿੰਦੇ ਨੇ। ਕਿਲਾ ਵੀ ਅੱਜ ਉੱਥੇ ਉਹਨਾਂ ਦੀ ਯਾਦ ਵਿੱਚ, ਉਹਨਾਂ ਦੇ ਸਤਿਕਾਰ ਵਿੱਚ ਬਣਿਆ ਹੋਇਆ, ਜਿਹਨੂੰ ਕਹਿੰਦੇ ਨੇ ਕਿਲਾ ਭਾਈ ਸੰਤੋਖ ਸਿੰਘ। ਇਹ ਕਿੱਥੇ ਪਿੰਡ ਹੈ? ਇਹ ਤਰਨ ਤਾਰਨ ਤੋਂ ਅਗਰ ਝਵਾਲ ਨੂੰ ਜਾਓ ਨਾ, ਤਾਂ ਰਸਤੇ ਵਿੱਚ ਇਹ ਪਿੰਡ ਆਉਂਦਾ ਹੈ, ਅੰਮ੍ਰਿਤਸਰ ਸਾਹਿਬ ਦੇ ਕੋਲ ਹੈ। ਇਹਨਾਂ ਦੇ ਪਿਤਾ ਜੀ ਦੇਵਾ ਸਿੰਘ ਜੀ, ਮਾਤਾ ਜੀ ਰਾਜਾਦੀ ਜੀ। ਘਰ ਵਿੱਚ ਗਰੀਬੀ ਸੀਗੀ ਬਹੁਤ ਜ਼ਿਆਦਾ, ਕਿਉਂਕਿ ਇਹ ਸ਼ਿੰਬਾ ਜਾਤੀ ਨੂੰ ਬਿਲੋਂਗ ਕਰਦੇ ਸੀ। ਮੈਂ ਜਾਤੀਆਂ ਦੀ ਗੱਲ ਨਹੀਂ ਕਰ ਰਹੀ, ਮਤਲਬ ਉਹਦੇ ਵਿੱਚ ਜਿੱਦਾਂ ਅੱਗੇ ਬੜਾ ਉਦੋਂ ਜਾਤਾਂ ਪਾਤਾਂ ਦਾ ਬੜਾ ਚੱਲਦਾ ਸੀਗਾ, ਤੇ ਬਹੁਤਾ ਮਤਲਬ ਇਸ ਤਰ੍ਹਾਂ ਦਾ ਪਰਿਵਾਰ ਸੀ। ਕੱਪੜੇ ਦੀ ਪ੍ਰਿੰਟਿੰਗ ਕਰਦੇ ਸੀਗੇ। ਕੀਰਤਨ ਨੂੰ ਤਾਂ ਗੁਰੂ ਨਾਨਕ ਦੇ ਘਰ ਵਿੱਚ ਤਾਂ ਬਹੁਤ ਸਤਿਕਾਰ ਮਿਲਿਆ, ਲੇਕਿਨ ਉਦੋਂ ਹਾਲਾਤ ਥੋੜ੍ਹੇ ਇੱਦਾਂ ਦੀ ਹੱਲੇ ਵੀ ਚੱਲਦਾ ਜਾਤੀਵਾਦ, ਜਦੋਂ ਉਦੋਂ ਵੀ ਚੱਲਦਾ ਸੀਗਾ। ਸੋ ਇਹਨਾਂ ਦੇ ਪਿਤਾ ਜੀ ਗਰੀਬ ਸਨ, ਲੇਕਿਨ ਉਹ ਵੀ ਪੜ੍ਹੇ ਲਿਖੇ ਸਨ, ਮਤਲਬ, ਔਰ ਪੜ੍ਹਾਈ ਦੀ ਵੈਲਿਊ ਨੂੰ ਸਮਝਦੇ ਸਨ। ਸੋ ਆਪਣੇ ਪੁੱਤਰ ਨੂੰ ਆਪਣੇ ਨਾਲ ਉੱਧਰ ਲਗਾਉਣ ਦੀ ਬਜਾਏ ਕਿ ਮੇਰਾ ਬੱਚਾ ਪੜ੍ਹ ਜਾਵੇ, ਤਾਂ ਉਹ ਪਹਿਲਾਂ ਤਾਂ ਘਰ ਵਿੱਚ ਹੀ ਵਿੱਦਿਆ ਦਿੱਤੀ, ਫਿਰ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਪੜ੍ਹਨ ਭੇਜਿਆ ਔਰ ਐਡੇ ਵੱਡੇ ਵਿਦਵਾਨ ਦੇ ਪਾਸ ਭੇਜ ਦਿੱਤਾ। ਮਤਲਬ ਦੇਖੋ ਪਿਤਾ ਦੀ ਦੂਰ ਦ੍ਰਿਸ਼ਟੀ ਵੀ, ਮੇਰੇ ਪੁੱਤਰ ਨੂੰ ਮੈਂ ਕਿੱਥੇ ਪਹੁੰਚਾਉਣਾ। ਕਿ ਇੰਨੇ ਵੱਡੇ ਵਿਦਵਾਨ ਤੋਂ ਸੰਤ ਸਿੰਘ ਜੀ, ਗਿਆਨੀ ਸੰਤ ਸਿੰਘ ਜੀ, ਜਿਹੜੇ ਕਿ ਕਿੰਨੇ ਸਾਲ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਜੀ ਰਹੇ ਨੇ, ਔਰ ਦਮਦਮੀ ਟਕਸਾਲ ਦੇ ਵੀ ਉਹ ਜਥੇਦਾਰ ਵਿੱਚੋਂ ਸਨ। ਸੋ ਉਹ ਖੁਦ ਹੀ ਇੰਨੇ ਵੱਡੇ ਵਿਦਵਾਨ ਸਨ, ਗੁਰਮਤਿ ਦੇ ਪੂਰੇ ਉਹਨਾਂ ਨੂੰ ਸੋਝੀ ਸੀ, ਬਹੁਤ ਬੰਦਗੀ ਵਾਲੀ। ਔਰ ਉਹ ਹਰ ਵੇਲੇ ਉਹ ਦਰਬਾਰ ਸਾਹਿਬ 'ਚ ਆਪਣੀ ਸੇਵਾ ਹੀ ਕਰਦੇ ਰਹਿੰਦੇ ਸਨ। ਹੈੱਡ ਗ੍ਰੰਥੀ ਸਾਹਿਬ ਵੀ ਸਨ, ਹੁਕਮਨਾਮੇ ਦੀ ਕਥਾ ਵੀ ਕਰਿਆ ਕਰਦੇ ਸਨ, ਵਿਦਵਾਨ ਬੜੇ ਸਨ, ਔਰ ਕਿੰਨੀਆਂ ਭਾਸ਼ਾਵਾਂ ਦਾ ਉਹਨਾਂ ਨੂੰ ਗਿਆਨ ਸੀ। 15 ਸਾਲ ਅੰਡਰ ਸ਼ਾਵਰ ਉਹਨਾਂ ਦੇ ਸ਼ਾਗਿਰਦ ਬਣ ਕੇ ਰਹੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅੰਮ੍ਰਿਤਸਰ ਸਾਹਿਬ। ਉਹਨਾਂ ਤੋਂ ਹਰ ਤਰ੍ਹਾਂ ਦੀ ਵਿੱਦਿਆ ਲਈ ਹੈ। ਕਾਵਿ ਰਚਨਾ ਕਿਵੇਂ ਕਰਨੀ ਹੈ, ਸਾਹਿਤ ਦੀ, ਗੁਰਮਤਿ ਦੀ, ਇਤਿਹਾਸ ਦੀ, ਹੋਰ ਗ੍ਰੰਥਾਂ ਦੀ ਵੀ ਉਹਨਾਂ ਦੇ ਕੋਲੋਂ ਨੌਲੇਜ ਲਈ ਆ, ਕਿਉਂਕਿ ਉਹਨਾਂ ਨੂੰ ਖੁਦ ਹੀ ਸਾਰੇ ਗ੍ਰੰਥਾਂ ਦੀ ਨੌਲੇਜ ਸੀਗੀ, ਜਿਹੜੇ ਵੀ ਹਿੰਦੁਸਤਾਨ ਦੇ ਗ੍ਰੰਥ ਸਨ। ਤਾਂ ਇਹਨਾਂ ਨੇ ਸਾਰੀ ਉਹਨਾਂ ਕੋਲੋਂ 15 ਸਾਲ ਉਹਨਾਂ ਦੀ ਸ਼ਾਗਿਰਦੀ ਕੀਤੀ ਹੈ। ਸੋ ਉਹ ਜਿਹੜੇ ਸੰਤ ਸਿੰਘ ਜੀ ਸਨ, ਗਿਆਨੀ ਜੀ, ਉਹਨਾਂ ਦਾ ਕਿੰਨਾ ਕੁ ਸਤਿਕਾਰ ਸੀ ਸਿੱਖ ਕੌਮ ਦੇ ਵਿੱਚ, ਅੱਜ ਵੀ ਹੈ ਉਹਨਾਂ ਦਾ। ਹੁਣ ਤਾਂ ਉਹਨਾਂ ਦਾ ਜੀਵਨ ਕਾਲ ਨਹੀਂ ਰਿਹਾ, ਪਰ ਉਹਨਾਂ ਦਾ ਸਤਿਕਾਰ ਕਿੰਨਾ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਜਦੋਂ ਉਹਨਾਂ ਨੂੰ ਕੋਈ ਪੱਤਰ ਲਿਖ ਕੇ ਆਪਣਾ ਕੋਈ ਮੈਸੇਜ ਭੇਜਣਾ ਹੁੰਦਾ ਸੀ, ਤਾਂ ਪਤਾ ਕਿੰਨੇ ਸਤਿਕਾਰ ਨਾਲ ਲਿਖਦੇ ਸਨ। ਸਤਿਕਾਰਯੋਗ ਭਾਈ ਸਾਹਿਬ ਜੀਓ, ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਦਰ ਤੋਂ ਸੁਰਖਰੂ ਹੋਏ, ਮਤਲਬ ਇੰਨਾ ਸਤਿਕਾਰ ਦੇ ਕੇ। ਕਹਿਣ ਨੂੰ ਉੱਦਾਂ ਆਪਾਂ ਗ੍ਰੰਥੀ ਦੇ ਨਾਲ ਕਿੱਦਾਂ ਦਾ ਬਿਹੇਵੀਅਰ ਹੁੰਦਾ, ਪਰ ਨਹੀਂ, ਉਹ ਬਹੁਤ ਸਤਿਕਾਰਯੋਗ ਹਸਤੀ ਸਨ, ਵਿਦਵਾਨ, ਬੰਦਗੀ ਵਾਲੀ ਰੂਹ। ਇਵੇਂ ਸੰਬੋਧਨ ਕਰਕੇ ਫਿਰ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਕੇ ਫਿਰ ਆਪਣੀ ਬੇਨਤੀ ਭੇਜਣੀ ਜੋ ਵੀ। ਔਰ ਉਹਨਾਂ ਨੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਕੇ ਹਰਿਮੰਦਰ ਸਾਹਿਬ ਨੂੰ ਸੋਨਾ ਜਿਹੜਾ ਆ ਦਰਵਾਜ਼ੇ ਲਗਵਾਏ ਸਨ, ਉਹਨਾਂ ਨੇ ਕਹਿ ਕੇ। ਉਹਨਾਂ ਦਾ ਇੰਨਾ ਪ੍ਰਭਾਵ ਸੀ ਰਾਜ ਦਰਬਾਰ ਦੇ ਵਿੱਚ ਵੀ, ਕਿਉਂਕਿ ਬਹੁਤ ਵੱਡੇ ਵਿਦਵਾਨ ਸਨ, ਔਰ ਮਹਾਰਾਜਾ ਰਣਜੀਤ ਸਿੰਘ ਨੂੰ ਕਦਰ ਕਰਨੀ ਆਉਂਦੀ ਸੀ, ਕਿਵੇਂ ਕੀਤੀ ਜਾਂਦੀ ਹੈ। ਸੋ ਉਹਨਾਂ ਦੀ ਦੇਖ ਰੇਖ 15 ਸਾਲ ਇਹਨਾਂ ਨੇ ਹਰ ਤਰ੍ਹਾਂ ਵਿੱਦਿਆ ਲਈ।
ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਉਹਨਾਂ ਨੇ ਇਹਨਾਂ ਨੂੰ ਬਨਾਰਸ ਵੀ ਥੋੜ੍ਹਾ ਟਾਈਮ ਭੇਜਿਆ, ਵੀ ਹੋਰ ਗ੍ਰੰਥਾਂ ਦੀ ਵੀ ਸੂਝ ਤੁਸੀਂ ਲੈ ਕੇ ਆਓ। ਸੋ ਫਿਰ ਇਹ ਉਸ ਤੋਂ ਬਾਅਦ ਬੁੜੀਆ ਆ ਗਿਆ ਯਮੁਨਾ ਨਗਰ ਦੇ ਵਿੱਚ। ਉੱਥੇ ਕਾਫੀ ਸਾਲ ਰਹੇ ਨੇ ਤੇ ਉੱਥੇ ਇਹਨਾਂ ਦਾ ਵਿਆਹ ਵੀ ਜਗਾਧਰੀ ਦੀ ਲੜਕੀ ਦੇ ਨਾਲ ਹੋਇਆ ਔਰ ਇਹਨਾਂ ਦੇ 8 ਬੱਚੇ ਹੋਏ ਨੇ, 5 ਪੁੱਤਰ ਔਰ 3 ਧੀਆਂ। ਸੋ ਜਦੋਂ ਉੱਥੇ ਆਏ ਨੇ ਬੁੜੀਆ, ਉਦੋਂ ਤੱਕ ਇਹ ਫਿਰ ਇੱਕ ਪ੍ਰੀਚਰ ਦੇ ਰੂਪ ਵਿੱਚ, ਇੱਕ ਰਾਈਟਰ, ਇੱਕ ਵਿਦਵਾਨ, ਇੱਕ ਲਿਖਾਰੀ ਦੇ ਰੂਪ ਵਿੱਚ ਉੱਥੇ ਆਏ ਨੇ। ਉੱਥੇ ਫਿਰ ਆ ਕੇ ਇਹਨਾਂ ਨੇ 1821 ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਡਿਕਸ਼ਨਰੀ ਜਿਹੜੀ ਸੀ ਨਾ ਸੰਸਕ੍ਰਿਤ ਭਾਸ਼ਾ ਦੇ ਵਿੱਚ, ਅਮਰਕੋਸ਼, ਉਹਨੂੰ ਉਹਨਾਂ ਨੇ ਹਿੰਦੀ ਵਿੱਚ ਟਰਾਂਸਲੇਟ ਕੀਤਾ। ਇਹ ਹਿੰਦੁਸਤਾਨ ਦੇ ਸਭ ਤੋਂ ਪਹਿਲੇ ਵਿਦਵਾਨ ਨੇ ਜਿਨ੍ਹਾਂ ਨੇ ਸੰਸਕ੍ਰਿਤ ਨੂੰ ਹਿੰਦੀ ਵਿੱਚ ਡਿਕਸ਼ਨਰੀ ਵਿੱਚ ਟਰਾਂਸਫਰ ਕੀਤਾ। ਬਹੁਤ ਵੱਡੀ ਇਹ ਸੇਵਾ ਆ। ਫਿਰ 1823 ਦੇ ਵਿੱਚ ਇਹਨਾਂ ਨੇ ਗੁਰੂ ਨਾਨਕ ਪ੍ਰਕਾਸ਼ ਜਿਹੜਾ ਉਹ ਕੰਪਲੀਟ ਕੀਤਾ। ਫਿਰ ਤਾਂ ਬਹੁਤ ਇਹਨਾਂ ਦਾ ਸਤਿਕਾਰ ਹੋਣ ਲੱਗ ਗਿਆ। ਲੇਕਿਨ ਜਿਸ ਦਿਨ ਇਹਨਾਂ ਨੇ ਆਪਣਾ ਲਿਖਣਾ ਸ਼ੁਰੂ ਕੀਤਾ ਸੀ ਨਾ, ਬਹੁਤ ਇਹਨਾਂ ਦੀ ਗਰੀਬੀ ਦੀ ਹਾਲਤ ਸੀ। 8 ਬੱਚੇ ਸੀ, ਕਰਜ਼ੇ ਥੱਲੇ ਦੱਬੇ ਪਏ ਸਨ ਸੰਗਤ ਜੀ। ਔਰ ਜਿਹੜੇ ਜਿਨ੍ਹਾਂ ਦਾ ਕਰਜ਼ਾ ਦੇਣਾ ਹੁੰਦਾ, ਉਹ ਲੋਕ ਦਰਵਾਜ਼ੇ ਤੇ ਆ ਕੇ ਗਾਲਾਂ ਕੱਢਦੇ ਸਨ। ਪਤਨੀ ਵੀ ਮਿਹਣੇ ਤਾਨੇ ਦਿੰਦੀ ਸੀ ਵੀ ਲਿਖਣਾ ਛੱਡ, ਕੁਛ ਹੋਰ ਕਰ ਲਾ। ਹੁੰਦਾ ਨਾ ਵੀ ਸਾਨੂੰ ਕੋਈ ਇਨਕਮ ਨਹੀਂ ਹੈ ਇਹਦੇ ਵਿੱਚ। ਤੋ ਇਹੋ ਜਿਹੀ ਪਹਿਲਾਂ ਇਹਨਾਂ ਦੀ ਹਾਲਤ ਸੀ। ਤਾਰਾ ਜੋ ਵਿਦਵਾਨ ਐਡੇ ਵੱਡੇ ਭਾਈ ਸੰਤੋਖ ਸਿੰਘ ਜੀ, ਸੋ ਅੱਜ ਲੱਖਾਂ ਹੀ ਵਿਦਵਾਨ ਉਹਨਾਂ ਦੀ ਕਥਾ ਕਰ ਕਰਕੇ, ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਕਰ ਕਰਕੇ ਤਾਂ ਆਪਣੇ ਘਰ ਭਰਦੇ ਪਏ ਨੇ। ਇਹ ਵਿਦਵਾਨ ਦਾ ਇੱਕ ਦੇਣਾ ਹੈ ਐਡਾ ਵੱਡਾ। ਸੋ ਉਹ ਜਿਹੜਾ ਉਹਨਾਂ ਨੇ ਗਰੀਬੀ ਦਾ ਆਪਣਾ ਜ਼ਿਕਰ ਕੀਤਾ, ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਉਹਨਾਂ ਦੀ ਲਿਖਤ ਮਿਲੀ ਹੈ। ਗ੍ਰੰਥਾਂ ਵਿੱਚ ਨਹੀਂ ਉਹਨਾਂ ਨੇ ਇਹ ਚੀਜ਼ ਲਿਖੀ, ਗ੍ਰੰਥਾਂ ਵਿੱਚ ਉਹਨਾਂ ਨੇ ਗੁਰੂ ਮਹਿਮਾ ਸਾਰਾ ਕੁਝ ਲਿਖਿਆ। ਉਹਦੇ ਵਿੱਚ ਉਹਨਾਂ ਨੇ ਲਿਖਿਆ, ਆਪਣੀ ਗਰੀਬੀ ਦਾ ਹਾਲ ਕੀਤਾ। ਛੁਟਿਓ ਹੈ ਪ੍ਰਕਰਮ ਔਰ ਬਿਸਰਿਓ ਹੈ ਨੇਮ ਧਰਮ, ਖੋਈ ਹੈ ਹਿਆਓ ਸ਼ਰਮ ਅਤ ਦੁੱਖ ਪਾਈਅਤ ਹੈ। ਕੀ ਦੱਸੇ ਹਾਲਾਤ? ਘਰ ਕੇ ਫਸਾਨੇ, ਨਾਰੀ ਦੇਖ ਤਾਨੇ, ਵੀ ਘਰ 'ਚ ਇੰਨੀ ਗਰੀਬੀ ਆ, ਪਤਨੀ ਵੀ ਤਾਨੇ ਮੇਣੇ ਮਾਰਦੀ ਹੈ। ਆਪਣੇ ਭੈ ਬੇਗਾਨੇ, ਸੁਨ ਸਿਰ ਨਿਆਇਤ ਹੈ। ਮਿੱਤਰ ਹੂੰ ਛਪਾਏ ਨੈਣ, ਸੁਧੇ ਹੂੰ ਨਾ ਬੋਲੇ ਬੈਨ, ਮਨ ਮੈਂ ਨਾ ਧਰੇ ਜਾ ਕੇ ਡਿੱਗ ਜਾਈਤ ਹੈ। ਦਬਾਰ ਪੇ ਹੈ ਕਰਜ਼ਦਾਰ, ਠਾਢੇ ਮੁਖ ਦੇਤ ਗਾਰ। ਮਤਲਬ ਜਿਹਨਾਂ ਨੇ ਕਰਜ਼ਾ ਲੈਣਾ ਆਪਣਾ, ਉਹ ਆ ਕੇ ਗਾਲਾਂ ਕੱਢਦੇ ਨੇ ਸਾਹਮਣੇ ਆ ਕੇ ਦਰਵਾਜ਼ੇ ਤੇ। ਬਿਨਾਂ ਰੋਜ਼ਗਾਰ ਖਾਈਅਤ ਹੈ। ਕਹਿੰਦੇ ਲੋਕ ਤਾਂ ਜਿਹੜੇ ਰੋਜ਼ਗਾਰ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ, ਲੇਕਿਨ ਮੈਂ ਰੋਜ਼ ਗਾਲਾਂ ਦਾ ਰੁਜ਼ਗਾਰ ਮੈਂ ਕਰਦਾ ਪਿਆ, ਆਪਣਾ ਲਿਖਦਾ ਆ, ਪਰ ਲੇਕਿਨ ਮੈਂ ਰੋਜ਼ ਗਾਲਾਂ ਖਾਂਦਾ ਆ। ਇਹ ਉਹਨਾਂ ਨੇ ਆਪਣੀ ਹਾਲਾਤ ਸ਼ੇਅਰ ਕੀਤੀ। ਕਹਿੰਦੇ ਨੇ ਵੀ ਬੱਚਿਆਂ ਨੂੰ ਜਿਹੜਾ ਘਰ 'ਚ ਪੀਣ ਨੂੰ ਦੁੱਧ ਵੀ ਨਹੀਂ ਸੀ, ਇੰਨੀ ਜ਼ਿਆਦਾ ਗਰੀਬੀ ਦੀ ਹਾਲਤ ਸੀ। ਪਰ ਜਿਉਂ ਫਿਰ ਇਹਨਾਂ ਨੇ ਲਿਖਿਆ ਨਾ ਗੁਰੂ ਨਾਨਕ ਪ੍ਰਕਾਸ਼, ਉਦੋਂ ਫਿਰ ਇਹਨਾਂ ਦਾ ਇੰਨਾ ਕੁ ਸਤਿਕਾਰ ਹੋਣਾ ਸ਼ੁਰੂ ਹੋ ਗਿਆ। ਉਹ ਲਿਖਿਆ ਵੀ ਇਹਨਾਂ ਨੇ ਕਿੰਨਾ 9700 ਵਰਸ, ਤਕਰੀਬਨ 1 ਲੱਖ ਉਹ ਕਾਵ ਦੇ ਛੋਟੇ ਛੋਟੇ ਛੰਦਾਂ ਦੇ ਵਿੱਚ ਜਿਹੜਾ ਇਹਨਾਂ ਨੇ ਐਡੀ ਵੱਡੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮਹਿਮਾ ਲਿਖੀ। ਇੰਨਾ ਫਿਰ ਸਤਿਕਾਰ ਹੋਇਆ ਕਿ ਮਹਾਰਾਜਾ ਉਦੈ ਸਿੰਘ ਕੈਥਲ ਦਾ ਰਾਜਾ ਇਹਨਾਂ ਉਹਨੂੰ ਇਨਵਾਈਟ ਕੀਤਾ ਉਹਨੇ, ਮੇਰੇ ਦਰਬਾਰ ਵਿੱਚ ਆਓ ਤੁਸੀਂ। ਉੱਥੇ ਇਹਨਾਂ ਨੇ ਫਿਰ ਸਿੱਧਾ ਨਹੀਂ ਗਏ। ਇਹ ਪਹਿਲਾਂ ਮਹਾਰਾਜਾ ਕਰਮ ਸਿੰਘ ਪਟਿਆਲੇ ਦੇ EMPLOYE ਰਹੇ ਥੋੜ੍ਹਾ ਟਾਈਮ, ਪਰ ਛੇਤੀ ਹੀ ਇਹ ਕੈਥਲ ਚਲੇ ਗਏ। ਤੇ ਉੱਥੇ ਫਿਰ ਮਹਾਰਾਜਾ ਸਾਹਿਬ ਨੇ ਇਹਨਾਂ ਦੇ ਲਈ ਪੂਰਾ ਪ੍ਰਬੰਧ ਕੀਤਾ ਵੀ ਤੁਹਾਨੂੰ ਜੋ ਚਾਹੀਦਾ ਆ ਤੁਸੀਂ ਬਸ ਲਿਖੋ ਤੁਸੀਂ। ਉੱਥੇ ਇਹਨਾਂ ਨੇ ਫਿਰ ਜਾ ਕੇ ਤੋ ਗਰਭਗੰਜਨੀ ਟੀਕਾ ਜਿਹੜਾ ਲਿਖਿਆ 1829 ਦੇ ਵਿੱਚ, ਇਹ ਜਪਜੀ ਸਾਹਿਬ ਦੇ ਸੀ, ਜਿਹੜਾ ਹਿੰਦੀ ਵਿੱਚ ਇਹਨਾਂ ਨੇ ਲਿਖਿਆ। ਤੋ ਸੰਗਤ ਜੀ ਉਦੋਂ ਕਿਉਂਕਿ ਇੱਕ ਪੰਡਿਤ ਸੀ दयानंद, ਉਹਨੇ किया भाई गुरु नानक तो अनपढ़ था, गुरु नानक को तो संस्कृत नहीं आती थी, उसने निर्भय को निर्भौ लिख दिया। ਮਤਲਬ ਪੰਡਤ ਲੋਕ ਇੱਦਾਂ ਦੀਆਂ ਗੱਲਾਂ ਕੱਢਦੇ ਹੁੰਦੇ। ਉਹ ਭਾਈ ਇਹ ਰੂਹਾਨੀਅਤ ਦੇ ਵਿੱਚ ਤਾਂ ਗੁਰੂ ਨਾਨਕ ਜੋ ਮਰਜ਼ੀ ਲਿਖੇ, ਰੱਬ ਦੀ ਮਹਿਮਾ ਨਿਰਭੈ ਲਿਖ ਦੇ ਜਾਂ ਨਿਰਭਉ ਲਿਖ ਦੇਵੇ। ਸੋ ਇੱਦਾਂ ਦੀ ਉਹਨਾਂ ਨੇ ਗੱਲ ਕੀਤੀ। ਇਹ ਜਿਹੜਾ ਗਰਭਗੰਜਨੀ ਇਹਨਾਂ ਨੇ ਟੀਕਾ ਲਿਖਿਆ ਨਾ ਭਾਈ ਸੰਤੋਖ ਸਿੰਘ ਜੀ ਨੇ, ਇਹਦੇ ਵਿੱਚ ਉਹ ਮਤਲਬ ਵਿਦਵਾਨਾਂ ਨੇ ਜਿਹੜੇ ਇੱਦਾਂ ਦੀਆਂ ਗੱਲਾਂ ਕੀਤੀਆਂ ਸੀ, ਉਹਨਾਂ ਦਾ ਹੰਕਾਰ ਵੀ ਭੰਨਿਆ। ਸੋ ਇਹਨਾਂ ਦੀ ਬੜੀ ਮਹਿਮਾ ਫਿਰ ਦੂਸਰੇ ਵਿਦਵਾਨਾਂ ਵਿੱਚ ਵੀ ਮਹਿਮਾ ਹੋਣ ਲੱਗ ਗਈ। ਇਹ ਨਹੀਂ ਕਿ ਇਕੱਲਾ ਸਿੱਖ ਵਿਦਵਾਨਾਂ ਦੇ ਵਿੱਚ, ਸਾਰੇ ਹੀ ਵਿਦਵਾਨ ਇਹਨਾਂ ਦੀ ਮਹਿਮਾ ਕਰਨ ਲੱਗ ਗਏ ਵੀ ਐਸੀ ਆਲੇ ਦਰਜੇ ਦੀ ਇਹਨਾਂ ਨੇ ਲਿਖੀ ਆ। ਜਿਹੜੀ ਗਰਭਗੰਜਨੀ ਜਪਜੀ ਸਾਹਿਬ ਦਾ ਟੀਕਾ ਜਿਹੜਾ ਇਹਨਾਂ ਨੇ ਲਿਖਿਆ, ਤਾਂ ਬਹੁਤ ਇਹਨਾਂ ਦਾ ਸਤਿਕਾਰ ਹੋਣ ਲੱਗ ਗਿਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਲਿਖੀ ਹੈ 1834 ਵਿੱਚ ਵਾਲਮੀਕੀ ਰਾਮਾਇਣ।
ਜਿਹੜੀ ਬ੍ਰਿਜ ਭਾਸ਼ਾ ਵਿੱਚ ਲਿਖੀ ਆ, ਉਹ ਵੀ ਇਹਨਾਂ ਨੇ ਹੀ ਪਹਿਲੀ ਇਹ ਲਿਖੀ ਆ, ਸੰਸਕ੍ਰਿਤ ਤੋਂ ਟ੍ਰਾਂਸਫਰ ਕਰਕੇ ਬ੍ਰਿਜ ਭਾਸ਼ਾ ਵਿੱਚ, ਜਿਹੜੀ ਕਿ ਉਦੋਂ ਲੋਕਾਂ ਨੂੰ ਆਮ ਹੀ ਸਮਝ ਆ ਜਾਂਦੀ ਸੀ। ਆਤਮ ਪੁਰਾਣ ਟੀਕਾ ਫਿਰ ਇਹਨਾਂ ਨੇ ਲਿਖਿਆ। ਫਿਰ ਇਹ ਮਹਾਰਾਜਨ ਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮਹਿਮਾ ਤਾਂ ਲਿਖ ਦਿੱਤੀ, ਬਾਕੀ ਗੁਰੂ ਸਾਹਿਬਾਨ ਦਾ ਜੀਵਨ ਵੀ ਲਿਖੋ। ਤੇ ਬੰਦਾ ਸਿੰਘ ਬਹਾਦਰ ਤੱਕ ਫਿਰ ਇਹਨਾਂ ਨੇ ਜਿਹੜਾ ਦੂਸਰਾ ਉਹਦਾ ਪਾਰਟ ਹੋਇਆ, ਉਹਦੇ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਲੈ ਕੇ 10ਵਾਂ ਪਾਤਸ਼ਾਹ ਤੱਕ ਔਰ ਬਾਬਾ ਬੰਦਾ ਸਿੰਘ ਬਹਾਦਰ ਤੱਕ ਇਤਿਹਾਸ ਜਿਹੜਾ ਉਹ ਲਿਖਿਆ। ਔਰ ਇੰਨੀ ਗੁਰੂ ਦੀ ਮਹਿਮਾ ਇਹਨਾਂ ਨੇ ਕੀਤੀ, ਇੰਨੀ ਗੁਰੂ ਦੀ ਮਹਿਮਾ ਕੀਤੀ, ਤਕਰੀਬਨ 2.5 ਲੱਖ ਇਹਨਾਂ ਨੇ ਛੰਦ ਲਿਖੇ ਨੇ, ਐਡੀ ਵੱਡੀਆਂ ਇਹਨਾਂ ਦੀਆਂ ਲਿਖਤਾਂ ਨੇ। ਤੋ ਇਹਨਾਂ ਨੇ ਉਹ ਸਰੋਤ ਜਿਹੜੇ ਨੇ ਉਹ ਕਿੱਥੋਂ ਲਏ, ਉਹਦਾ ਵੀ ਅਸੀਂ ਜ਼ਿਕਰ ਕਰਦੇ ਹਾਂ। ਪਹਿਲਾਂ ਇਹਨਾਂ ਦਾ ਹੁਣ ਆਪਾਂ ਇਹ ਕਰ ਲਈਏ। ਤਾਂ ਉਹ ਵਿੱਚੇ ਜਦੋਂ ਇਹ ਲਿਖ ਰਹੇ ਸਨ ਨਾ, ਤਾਂ ਮਹਾਰਾਜਾ ਜਿਹੜਾ ਉਦੈ ਸਿੰਘ ਸੀ ਕੈਥਲ, ਉਹਨਾਂ ਦੀ ਵੀ ਡੈਥ ਹੋ ਗਈ ਸੀ। ਫਿਰ ਇਹਨਾਂ ਦਾ ਥੋੜਾ ਜਿਹੜਾ ਇਹਨਾਂ ਨੂੰ ਇੰਨੀ ਸ਼ਾਹੀ ਠਾਠ ਬਾਠ ਨਾਲ ਰੱਖਿਆ ਗਿਆ ਸੀ, ਉਹ ਵੀ ਥੋੜਾ ਵਿੱਚ ਫਿਰ ਫਰਕ ਪਿਆ ਸੀ। ਪਰ ਇਹ ਆਪਣਾ ਬਾਣੀ ਲਿਖਦੇ ਰਹੇ, ਔਰ ਇਹਨਾਂ ਦਾ ਆਪਣਾ ਬੰਦਗੀ ਵਾਲਾ ਕਿੰਨਾ ਜੀਵਨ ਸੀ। ਉਹ ਕੈਥਲ ਦੇ ਵਿੱਚ ਰਹੇ ਨੇ 18 ਸਾਲ। ਉੱਥੇ ਇਹਨਾਂ ਨੂੰ ਜਿਹੜਾ ਉਹਨਾਂ ਨੇ ਕਿਲ੍ਹਾ ਦਿੱਤਾ ਹੋਇਆ ਸੀਗਾ ਮਹਾਰਾਜੇ ਨੇ, ਉਹਦੇ ਵਿੱਚ ਗੁਰੂ ਮਹਾਰਾਜ ਦਾ ਇਹਨਾਂ ਨੇ ਪ੍ਰਕਾਸ਼ ਕੀਤਾ ਹੋਇਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਰੋਜ਼ ਅੰਮ੍ਰਿਤ ਵੇਲੇ 3 ਵਜੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਜਾਂਦੇ ਸਨ, 7:30 ਵਜੇ ਬਾਹਰ ਆਉਂਦੇ ਸਨ। ਔਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ, ਇਹਨਾਂ ਦੀ ਭੈਣ ਨੇ ਜ਼ਿਕਰ ਕੀਤਾ ਸੀ, ਉਹਨੇ ਕਿਹਾ ਕਿ ਜਦੋਂ ਮੇਰਾ ਭਰਾ 7:30 ਵਜੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚੋਂ, ਦਰਬਾਰ ਵਿੱਚੋਂ ਬਾਹਰ ਆਉਂਦਾ ਸੀ, ਤਾਂ ਉਹਦੇ ਚਿਹਰੇ ਤੇ ਇੰਨਾ ਕੁ ਨੂਰ ਹੁੰਦਾ ਸੀ ਨਾ, ਜਿਵੇਂ ਸੂਰਜ ਚਮਕ ਰਿਹਾ ਹੋਵੇ, ਇੰਨਾ। ਤਾਂ ਉਹ ਕਹਿੰਦੇ ਸੀ ਵੀ ਏਦਾਂ ਉਹਨਾਂ ਦਾ ਨੇਕ ਜੀਵਨ। ਬਸ ਉਹ ਤੋਂ ਬਾਅਦ ਆਪਣਾ ਲਿਖਣਾ, ਗੁਰੂ ਦੀ ਮਹਿਮਾ ਲਿਖਣੀ ਸੰਗਤ ਜੀ। ਔਰ ਅੱਜ ਦੇ ਜਿਹੜੇ ਸੰਤ ਮਹਾਂਪੁਰਖ ਨੇ, ਜੇ ਸੂਰਜ ਪ੍ਰਕਾਸ਼ ਜਿਨ੍ਹਾਂ ਨੇ ਪੜ੍ਹਿਆ, ਕਥਾਵਾਂ ਕੀਤੀਆਂ ਨੇ, ਉਹ ਮਤਲਬ ਇੰਨਾ ਕਿ ਜ਼ਿਆਦਾ ਭਾਈ ਸਾਹਿਬ ਦਾ ਸਤਿਕਾਰ ਕਰਦੇ ਨੇ। ਉਹ ਕਹਿੰਦੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਹੀ ਜਾ ਕੇ ਲਿਖੀਆਂ ਜਾ ਸਕਦੀਆਂ ਨੇ। ਇਹ ਜਿਹੜਾ ਉਹਨਾਂ ਨੇ ਇੰਨੀਆਂ ਗਹਿਰਾਈਆਂ ਤੋਂ ਲਿਖਿਆ, ਉਹ ਅਲੱਗ ਗੱਲ ਆ ਸੰਗਤ ਜੀ। ਕੁਛ ਮਿਲਾਵਟਾਂ ਵੀ ਹੋ ਚੁੱਕੀਆਂ ਨੇ, ਕੁਛ ਇਤਰਾਜ਼ਯੋਗ ਚੀਜ਼ਾਂ ਵੀ ਨੇ। ਉਹਦੇ ਲਈ ਆਪਣਾ SGPC ਨੂੰ ਚਾਹੀਦਾ ਹੈ ਕਿ ਇੱਕ ਸੈਕੰਡ ਪੈਨਲ ਜਿਹੜਾ ਬੈਠੇ ਵਿਦਵਾਨਾਂ ਦਾ, ਮਹਾਂਪੁਰਖਾਂ ਦਾ, ਜਿਹੜੀ ਚੀਜ਼ ਵਿੱਚ ਮਿਲਾਵਟ ਹੋਈ ਉਹਨੂੰ ਕੱਢ ਦਿੱਤਾ ਜਾਵੇ, ਤਾਂ ਕਿ ਸਹੀ ਪਿਓਰ ਚੀਜ਼ ਜਿਹੜੀ ਸੰਗਤ ਤੱਕ ਪਹੁੰਚੇ। ਉਹ ਮਿਲਾਵਟ ਦੀ ਚਰਚਾ ਜਿਹੜੇ ਨੇ ਆ ਮਾਈਂਡ ਲੈਵਲ ਵਾਲੇ, ਉਹਦੀ ਚਰਚਾ ਕਰ ਕਰਕੇ ਜਿਹੜਾ ਨਾ ਮਤਲਬ ਟੁੱਟ ਰਹੇ ਨੇ। ਤਾਂ ਸੂਰਜ ਪ੍ਰਕਾਸ਼ ਗ੍ਰੰਥ ਦਾ ਹੁਣ ਦਾ ਨਾਮ ਲੈਣ ਵੇਲੇ ਵੀ ਕਈ ਵਾਰ ਲੱਗਦਾ ਵੀ ਪਤਾ ਨਹੀਂ ਕੀ ਕੀ ਸੋਚੇਗਾ, ਇੱਦਾਂ ਹੋਣ ਲੱਗ ਗਿਆ। ਇੱਕ ਨੈਗੇਟਿਵਿਟੀ ਜਿਹੜੀ ਹੈ, ਅਸ਼ਾਂਤੀ ਫੈਲ ਗਈ। ਪਰ ਨਹੀਂ, ਉਹਨਾਂ ਨੇ ਬਹੁਤ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਗੁਰੂ ਦੀ ਮਹਿਮਾ ਲਿਖੀ ਸੰਗਤ ਜੀ। 2.5 ਲੱਖ ਵਰਸਸ ਗੁਰੂ ਦੀ ਮਹਿਮਾ ਤੇ ਲਿਖ ਦੇਣਾ ਇਹ ਛੋਟੀ ਗੱਲ ਨਹੀਂ ਆ। ਕਿੰਨਾ ਕੁ ਭਾਵ ਹੋਊਗਾ, ਕਿੰਨਾ ਕੁ ਪ੍ਰੇਮ ਹੋਊਗਾ। ਜਿਹੜਾ 3-3 4-4 ਘੰਟੇ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਪਹਿਲਾਂ ਬੈਠੇ ਰਹਿੰਦੇ ਸਨ। ਔਰ ਇੱਥੋਂ ਤੱਕ ਵੀ ਉਹਨਾਂ ਨੇ ਆਪਣੀ ਲਿਖਤ ਵਿੱਚ ਲਿਖਿਆ ਕਿ ਉਹਨਾਂ ਨੇ ਬੇਨਤੀ ਕੀਤੀ ਸੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕਿ ਮਹਾਰਾਜ ਜੀ, ਤੁਹਾਡਾ ਇਤਿਹਾਸ ਮੈਂ ਕਿਵੇਂ ਲਿਖ ਸਕਦਾ, ਕਿਉਂਕਿ ਪੂਰਾ ਇਹ ਤਾਂ ਬਾਅਦ ਵਿੱਚ ਇਹਨਾਂ ਦਾ ਜੀਵਨ ਕਾਲ ਹੋਇਆ। ਤੇ ਮਹਾਰਾਜ ਜੀ, ਉਹ ਸਾਰਾ ਮੈਂ ਕਿਵੇਂ ਲਿਖ ਸਕਦਾ। ਤਾਂ ਫਿਰ ਗੁਰੂ ਮਹਾਰਾਜ ਨੇ ਇਹਨਾਂ ਨੂੰ ਦਰਸ਼ਨ ਵੀ ਦਿੱਤੇ ਸਨ, ਔਰ ਪ੍ਰਬੰਧ ਵੀ ਸਤਿਗੁਰਾਂ ਨੇ ਕੀਤਾ। ਉਹ ਪ੍ਰਬੰਧ ਕਿਵੇਂ ਹੋਇਆ ਭਾਈ ਸਾਹਿਬ ਜੀ ਦਾ, ਤੇ ਇਹਨਾਂ ਨੇ ਕਿਹੜੇ ਕਿਹੜੇ ਸਰੋਤ ਲਏ। ਇੱਕ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਲਈਆਂ, ਇੱਕ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜਿਹੜੀ ਜਨਮ ਸਾਖੀ ਲਿਖੀ ਉਹ, ਇੱਕ ਭਾਈ ਬਾਲਾ ਜੀ ਵਾਲੀ ਜਿਹੜੀ ਜਨਮ ਸਾਖੀ, ਉਹ ਸਰੋਤ ਸੀਗੇ। ਤਾਂ ਹੋਰ ਇਹਨਾਂ ਕੋਲ ਸਰੋਤ ਜਿਹੜਾ ਬਹੁਤ ਹੋਰ ਵੱਡਾ ਭਾਰੀ ਸਰੋਤ, ਉਹ ਸੀਗਾ ਬਾਬਾ ਬੁੱਢਾ ਜੀ ਦੇ ਪਰਿਵਾਰ ਤੋਂ। ਉਹ ਕਿਵੇਂ, ਉਹ ਸੰਗਤ ਜੀ ਥੋੜ੍ਹਾ ਜਿਹਾ ਅਸੀਂ ਜਾਣੀਏ, ਸਾਨੂੰ ਅੱਛਾ ਵੀ ਲੱਗੇਗਾ ਕਿ ਬਾਬਾ ਜੀ ਦਾ ਪਰਿਵਾਰ, ਬਾਬਾ ਬੁੱਢਾ ਸਾਹਿਬ ਜੀ ਦੇ ਪਤਾ ਹੈ ਸਾਨੂੰ ਕਿ ਉਹਨਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਵਿੱਚ ਇੰਨੀ ਵਡਿਆਈ ਸੀ ਕਿ ਗੁਰਾਈ ਦੀਆਂ ਰਸਮਾਂ ਉਹੀ ਨਿਭਾਉਂਦੇ ਸਨ, ਜਿੱਥੇ ਵੀ ਗੁਰੂ ਨਾਨਕ ਦੀ ਜੋਤ ਪ੍ਰਵੇਸ਼ ਕਰਦੀ ਸੀ। ਬਾਬਾ ਬੁੱਢਾ ਜੀ ਦੇ ਆਪਣੇ 4 ਪੁੱਤਰ ਸਨ, ਭਾਈ ਭਿਖਾਰੀ ਜੀ, ਭਾਈ ਸੁਧਾਰੀ ਜੀ, ਭਾਈ ਮਹਿਮੂ ਜੀ, ਭਾਈ ਭਾਨਾ ਜੀ। ਜਿਹੜੇ ਭਾਈ ਭਾਨਾ ਜੀ ਸਨ ਨਾ, ਬਾਬਾ ਬੁੱਢਾ ਜੀ ਨੇ ਭਾਈ ਭਾਨਾ ਜੀ ਦਾ ਹੱਥ, ਬਾਂਹ ਜਿਹੜੀ ਹੈ, ਉਹ 6ਵੇਂ ਪਾਤਸ਼ਾਹੀ ਦੇ ਹੱਥਾਂ ਵਿੱਚ ਪਕੜਾਈ ਸੀ ਕਿ ਮਹਾਰਾਜ ਜੀ ਛੱਡਿਓ ਨਾ ਮੇਰੇ ਪੁੱਤਰ ਨੂੰ ਕਦੋਂ ਵੀ, ਮਤਲਬ ਆਪਣਾ ਬਣਾ ਕੇ ਰੱਖਿਓ। ਸੋ 6ਵੇਂ ਪਾਤਸ਼ਾਹੀ ਤੱਕ ਤਾਂ ਬਾਬਾ ਬੁੱਢਾ ਜੀ ਗੁਰਾਈ ਦੀਆਂ ਰਸਮਾਂ ਜਿਹੜੀਆਂ ਅਦਾ ਕਰਦੇ ਰਹੇ। 7ਵੇਂ ਪਾਤਸ਼ਾਹੀ ਨੂੰ ਜਿਹੜਾ ਗੁਰਾਈ ਦੀਆਂ ਤਿਲਕ ਲਗਾਇਆ, ਰਸਮਾਂ ਅਦਾ ਕੀਤੀਆਂ, ਇਹ ਭਾਈ ਭਾਨਾ ਜੀ ਨੇ ਕੀਤੀ।
ਅੱਗਿਓਂ ਭਾਈ ਭਾਨਾ ਜੀ ਦੇ ਪੁੱਤਰ ਨੇ ਭਾਈ ਸਰਵਣ ਜੀ, ਭਾਈ ਸਰਵਣ ਜੀ ਦੇ ਪੁੱਤਰ ਨੇ ਭਾਈ ਜਲਾਲ ਜੀ। ਹੁਣ ਭਾਈ ਜਲਾਲ ਜੀ ਦੇ ਅੱਗਿਓਂ 2 ਪੁੱਤਰ ਨੇ, ਭਾਈ ਗੁਰਦਿੱਤਾ ਜੀ ਤੇ ਭਾਈ ਹਰਦਿੱਤਾ ਜੀ। ਸੋ ਜਿਹੜੇ ਭਾਈ ਗੁਰਦਿੱਤਾ ਜੀ ਨੇ 8ਵੀਂ ਪਾਤਸ਼ਾਹੀ ਤੇ 9ਵੀਂ ਪਾਤਸ਼ਾਹੀ ਨੂੰ ਜਿਹੜੀ ਗੁਰਤਾ ਗੱਦੀ ਦੀਆਂ ਤਿਲਕ ਜਿਹੜੇ ਰਸਮਾਂ ਦਾ ਇਹਨਾਂ ਨੇ ਕੀਤੀਆਂ। ਇਹ ਬਾਬਾ ਬੁੱਢਾ ਜੀ ਦੇ ਨੇ ਜਿਹੜੇ। ਅੱਗਿਓਂ ਭਾਈ ਗੁਰਦਿੱਤਾ ਜੀ ਜਿਹੜੇ ਨੇ, ਇਹ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਗਏ ਨੇ ਹਿੰਦੂ ਧਰਮ ਦੀ ਰੱਖਿਆ ਦੇ ਲਈ, ਮਾਨਵਤਾ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇਣ ਦੇ ਲਈ, ਭਾਈ ਗੁਰਦਿੱਤਾ ਜੀ ਨਾਲ ਗਏ ਨੇ। ਇਹ ਬਾਬਾ ਬੁੱਢਾ ਜੀ ਸਿੰਘ ਜੀ ਦੀ ਅੰਸ਼ ਵੰਸ਼ ਵਿੱਚੋਂ ਇਹ ਚੌਥੀ ਪੀੜ੍ਹੀ ਚੱਲੀ ਆ ਰਹੀ, ਇਹ ਨਾਲ ਗਏ ਨੇ। ਔਰ ਉੱਥੇ ਪਹੁੰਚ ਕੇ ਹਾਲਾਤ ਦੇਖ ਕੇ ਇਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਹੁਣ ਅਸੀਂ ਵਾਪਸ ਨਹੀਂ ਜਾਣਾ। ਬਾਬਾ ਗੁਰਦਿੱਤਾ ਜੀ ਨੂੰ ਵੀ ਪਤਾ ਚੱਲ ਗਿਆ ਸੀ। ਇਹਨਾਂ ਨੇ ਫਿਰ ਆਪਣਾ, ਇਹਨਾਂ ਦਾ ਪੁੱਤਰ ਸੀ ਭਾਈ ਰਾਮ ਕੌਰ ਜੀ, ਉਦੋਂ 4 ਸਾਲਾਂ ਦੇ ਸਨ, ਜਿਹੜੇ ਬਾਅਦ 'ਚ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਜੀ ਬਣੇ ਨੇ। ਸੋ ਆਪਣੇ ਪੁੱਤਰ ਦੇ ਲਈ ਇਹਨਾਂ ਨੇ ਦਸਤਾਰ ਭੇਜੀ ਉੱਥੋਂ, ਵੀ ਅਸੀਂ ਤਾਂ ਹੁਣ ਵਾਪਸ ਨਹੀਂ ਜਾਣਾ, ਸਾਡੇ ਪੁੱਤਰ ਨੂੰ ਪਿਓ ਦੀ ਜਿਹੜੀ ਆ ਉਹ ਪੱਗ ਜਿਹੜੀ ਦੇ ਦਿੱਤੀ ਜਾਵੇ। ਔਰ ਉੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਪੁੱਤਰ, ਆਪਣੇ ਸਾਹਿਬਜ਼ਾਦੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਦਸਤਾਰ ਭੇਜੀ ਤੇ ਦਿੱਲੀ ਦੇ ਭੱਟ ਬ੍ਰਾਹਮਣ ਦੇ ਹੱਥ ਭੇਜੀ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋ ਗਈ ਤਾਂ ਬਾਬਾ ਗੁਰਦਿੱਤਾ ਜੀ ਵੀ ਇੰਨੇ ਵੈਰਾਗ ਵਿੱਚ ਆ ਗਏ, ਯਮੁਨਾ ਕਿਨਾਰੇ ਬੈਠੇ ਨੇ, ਉੱਥੇ ਇਹਨਾਂ ਨੇ ਵੀ ਆਪਣਾ ਚੋਲਾ ਜਿਹੜਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਤਿਆਗ ਦਿੱਤਾ। ਮਤਲਬ ਗੁਰੂ ਵਿੱਚ ਜਿਵੇਂ ਇਹਨਾਂ ਦੀ ਜਿੰਦ ਵਸਦੀ ਹੋਵੇ, ਇਹੋ ਜਿਹਾ ਖਾਨਦਾਨ, ਇਹੋ ਜਿਹਾ ਪਰਿਵਾਰ। ਸੋ 4 ਸਾਲ ਦੇ ਰਾਮ ਕੌਰ ਜੀ ਨੇ, ਉਹਨਾਂ ਲਈ ਦਸਤਾਰ ਪਹੁੰਚੀ। ਹੁਣ ਇੱਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਗੁਰਾਈ ਰਸਮਾਂ ਅਦਾ ਕਰਨੀਆਂ ਨੇ। ਸੋ ਜਿਹੜੇ ਭਾਈ ਰਾਮ ਕੌਰ ਜੀ ਨੇ, ਇਹਨਾਂ ਦੇ ਜਿਹੜੇ ਚਾਚਾ ਜੀ ਨੇ ਬਾਬਾ ਹਰਦਿੱਤਾ ਜੀ, ਕਿਉਂਕਿ ਪਿਤਾ ਜੀ ਤਾਂ ਇਹਨਾਂ ਦੇ ਚੜ੍ਹਾਈ ਕਰ ਗਏ ਨੇ। ਬਾਬਾ ਹਰਦਿੱਤਾ ਜੀ ਜਿਹੜੇ ਨੇ ਉਹ ਫਿਰ ਰਾਮਦਾਸ ਤੋਂ, ਕਿਉਂਕਿ ਉੱਥੇ ਇਹਨਾਂ ਦਾ ਪਰਿਵਾਰ ਰਹਿੰਦਾ ਸੀਗਾ, ਉੱਥੋਂ ਆਪਣੇ ਭਤੀਜੇ ਨੂੰ ਲੈ ਕੇ, 4 ਸਾਲ ਦੇ ਰਾਮ ਕੌਰ ਨੂੰ ਲੈ ਕੇ, ਕਿਉਂਕਿ ਗੁਰਾਈ ਦੀਆਂ ਰਸਮਾਂ ਦਾ ਹੱਕ ਇਹਨਾਂ ਨੂੰ ਹੈ, ਬਾਬਾ ਹਰਦਿੱਤਾ ਜੀ ਦੇ ਪੁੱਤਰ ਨੂੰ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੂੰ, ਰਾਮ ਕੌਰ ਜੀ ਨੂੰ, ਤੇ ਉਹ ਫਿਰ ਆਪਣੇ 4 ਸਾਲ ਦੇ ਭਤੀਜੇ ਨੂੰ ਲੈ ਕੇ ਸਾਰੀਆਂ ਜਿਹੜੀਆਂ ਗੁਰਿਆਈ ਦੀਆਂ ਵਸਤਾਂ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਨੇ। ਸੰਗਤ ਜੀ, ਬਾਬਾ ਬੁੱਢਾ ਜੀ ਦਾ ਬੜਾ ਸ਼ਾਹੀ ਪਰਿਵਾਰ ਸੀ, ਬਹੁਤ ਸ਼ਾਹੀ ਪਰਿਵਾਰ ਸੀ। ਕੀ ਕੁਛ ਲੈ ਕੇ ਗਏ ਇਹ? ਜੋੜਾ ਜੰਮਾ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਬੇਸ਼ੁਮਾਰ ਕੀਮਤੀ, 9 ਲੱਖਾ ਹਾਰ, 500 ਸੋਨੇ ਦੀਆਂ ਮੋਹਰਾਂ ਔਰ ਘੋੜਾ ਕਾਠੀ ਸਮੇਤ ਇਹ ਗੁਰਾਈ ਵੇਲੇ ਇਹ ਭੇਟਾ ਲੈ ਕੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਈ। ਉਧਰ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਔਰ ਇੱਧਰ 4 ਸਾਲ ਦਾ ਭਾਈ ਰਾਮ ਕੌਰ ਜੀ, ਜਿਨ੍ਹਾਂ ਨੇ ਗੁਰਿਆਈ ਦੀਆਂ ਰਸਮਾਂ ਅਦਾ ਕਰਨੀਆਂ ਨੇ। ਸੋ ਉਹਨਾਂ ਨੂੰ ਗੋਦੀ ਚੁੱਕਿਆ ਹੋਇਆ ਉਹਨਾਂ ਦੇ ਚਾਚਾ ਨੇ, ਬਾਬਾ ਹਰਦਿੱਤਾ ਜੀ ਨੇ, ਔਰ ਦੱਸਿਆ ਕਿ ਪੁੱਤਰ ਇਵੇਂ ਇਵੇਂ ਤੁਸੀਂ ਕਰਨਾ, ਸਾਰੀਆਂ ਰਸਮਾਂ ਸਮਝਾ ਦਿੱਤੀਆਂ। ਸੋ 4 ਸਾਲ ਦੇ ਭਾਈ ਰਾਮ ਕੌਰ ਜੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਮੱਥਾ ਟੇਕਿਆ ਨਾ, ਤਿਲਕ ਲਗਾ ਕੇ, ਜੋ ਵੀ ਉਹਨਾਂ ਦੀ ਰਸਮਾਂ ਅਦਾ ਕਰਕੇ ਚਰਨਾਂ ਵਿੱਚ ਜਦੋਂ ਮੱਥਾ ਟੇਕਿਆ ਤਾਂ ਸੀਸ ਹੀ ਨਹੀਂ ਚੱਕਿਆ। ਸੋ ਇਹੋ ਇੰਨਾ ਮਤਲਬ ਗੁਰੂ ਮਹਾਰਾਜ ਦੇ ਨਾਲ ਉਹ ਜੁੜੇ ਪਏ ਸਨ। ਤਾਂ ਬਾਬਾ ਹਰਦਿੱਤਾ ਜੀ ਨੂੰ, ਉਹਨਾਂ ਦੇ ਚਾਚਾ ਜੀ ਨੂੰ ਲੱਗਿਆ ਵੀ ਬੱਚਾ ਆਇਆ, ਵੀ ਸ਼ਾਇਦ ਪਤਾ ਨਹੀਂ, ਵੀ 4 ਸਾਲ ਦਾ ਬੱਚਾ, ਹੁਣ ਸਾਨੂੰ ਪਤਾ ਹੀ ਹੈ ਕਿੰਨੀ ਕੁ ਵੀ ਬੱਚੇ ਨੂੰ ਸ਼ਾਇਦ ਪਤਾ ਹੀ ਨਹੀਂ, ਹੁਣ ਮੈਂ ਆਪਣਾ ਸੀਸ ਜਿਹੜਾ ਚੱਕ ਲਵਾਂ। ਸੋ ਉਹ ਜੁੜੇ ਪਏ ਨੇ ਗੁਰੂ ਮਹਾਰਾਜ ਚਰਨਾਂ ਨਾਲ। ਬਾਬਾ ਹਰਦਿੱਤਾ ਜੀ ਨੇ ਜਦੋਂ ਆਪਣੇ ਭਤੀਜੇ ਨੂੰ ਹੱਥ ਲਗਾਇਆ, ਉਹਨਾਂ ਨੂੰ ਵੀ ਉਹ ਇਹੋ ਜਿਹਾ ਇਲਾਹੀ ਕਰੰਟ ਪਿਆ, ਉਹਨਾਂ ਕੋਲ ਵੀ ਨਹੀਂ ਉੱਠਿਆ ਗਿਆ। ਸੋ ਕਿਹੜਾ ਝੱਲੇ ਗੁਰੂ ਦੀ ਝੱਲ ਆ। ਸੋ ਇਹ ਬੜੀ ਇੱਕ ਸੁੰਦਰ, ਬੜੀ ਅਲੌਕਿਕ ਜਿਹੜੀ ਇਹ ਘਟਨਾ ਹੈ, ਜਿਹੜੀ ਸਿੱਖ ਕੌਮ ਨੇ ਸਾਂਭ ਸਾਂਭ ਕੇ ਰੱਖੀ ਹੋਈ। ਸੋ ਇਹ ਭਾਈ ਰਾਮ ਕੌਰ ਜੀ, ਇਹਨਾਂ ਦੀ ਅਵਸਥਾ ਬ੍ਰਹਮ ਗਿਆਨੀ ਦੀ ਸੀ। ਸੰਗਤ ਜੀ, ਜਿਹਨੂੰ ਵੀ ਇਹ ਗੁਰੂ ਨੂੰ ਗੁਰਿਆਈ ਦੀਆਂ ਰਸਮਾਂ ਅਦਾ ਕਰਨ ਦੀ ਸੇਵਾ ਮਿਲੀ ਹੋਵੇ, ਉਹ ਅਸੀਂ ਸਮਝ ਸਕਦੇ ਹਾਂ ਕਿਸ ਅਵਸਥਾ ਦੇ ਉਹ ਮਾਲਕ ਹੋਣਗੇ। ਸੋ 4 ਸਾਲ ਦੇ ਬਾਲਕ ਨੂੰ ਐਡੀ ਵੱਡੀ ਵਡਿਆਈ ਮਿਲੀ। ਸੋ ਬਹੁਤ ਉੱਚੀ ਅਵਸਥਾ ਦੇ ਮਾਲਕ ਸਨ, ਔਰ ਬੰਦਗੀ ਵਿੱਚ ਹੀ ਜ਼ਿਆਦਾ ਟਾਈਮ ਆਪਣਾ ਸਮਾਂ ਬਤੀਤ ਕਰਿਆ ਕਰਦੇ ਸਨ। ਜਦੋਂ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਇਆ, ਇਹਨਾਂ ਨੇ ਅੰਮ੍ਰਿਤ ਛਕਿਆ, ਗੁਰਬਖਸ਼ ਸਿੰਘ ਜੀ ਸਜੇ, ਲੇਕਿਨ ਇਹ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਸਨ ਛਕਦੇ। ਇਹੋ ਜਿਹਾ ਇਹਨਾਂ ਦਾ ਕਾਫੀ ਸਮਾਂ ਭਾਵ ਰਿਹਾ। ਜਦੋਂ ਮਹਾਰਾਜ ਨੇ ਅੱਗੇ ਜਾਣਾ ਸੀਗਾ ਨਾ ਨੰਦੇੜ ਵੱਲ ਨੂੰ, ਤਾਂ ਇਹ ਕਹਿੰਦੇ ਸੀ ਅਸੀਂ ਵੀ ਨਾਲ ਜਾਣਾ। ਗੁਰੂ ਮਹਾਰਾਜ ਜੀ ਲੈ ਕੇ ਨਹੀਂ ਗਏ, ਕਹਿੰਦੇ ਤੁਸੀਂ ਆਪਣੀ ਬੰਦਗੀ ਕਰੋ। ਸੋ ਬਹੁਤ ਪ੍ਰੇਮ ਭਾਵ ਵਾਲੇ ਸਨ। ਜੰਗਾਂ ਯੁੱਧਾਂ ਵਿੱਚ ਵੀ ਮਹਾਰਾਜ ਜੀ ਨੇ ਇਹਨਾਂ ਨੂੰ ਕਿਤੇ ਨਹੀਂ ਨਾਲ ਲੈ ਕੇ ਗਏ, ਇਹਨਾਂ ਨੂੰ ਕਿਹਾ ਤੁਸੀਂ ਬੰਦਗੀ ਕਰੋ। ਸੋ ਇਹਨਾਂ ਦੇ ਇਹ ਆਪਣੀ ਅੰਤਰਾਤਮਾ ਹੀ ਸਥਿਤ ਰਹਿੰਦੇ ਸਨ। ਮਹਾਰਾਜ ਦੇ ਇਹਨਾਂ ਨੂੰ ਸਾਕਸ਼ਾਤ ਦਰਸ਼ਨ ਹੁੰਦੇ ਸਨ। ਗੁਰੂ ਮਹਾਰਾਜ ਦੇ ਸਰੀਰ ਤੋਂ ਬਾਅਦ ਵੀ ਇਹਨਾਂ ਨੂੰ ਸਾਕਸ਼ਾਤ ਦਰਸ਼ਨ ਹੁੰਦੇ ਸਨ।
ਇਹ ਫਿਰ ਇਹਨਾਂ ਦਾ ਜਿਹੜਾ ਆਪਣਾ ਪੁੱਤਰ ਸੀਗਾ ਨਾ, ਭਾਈ ਰਾਮ ਕੌਰ ਜੀ ਦਾ ਵੱਡਾ ਬੇਟਾ ਬਾਬਾ ਮੋਹਰ ਸਿੰਘ, ਉਹ ਬਾਬਾ ਆਲਾ ਸਿੰਘ ਜਿਹੜੇ ਪਟਿਆਲੇ ਵੱਲ ਸਨ, ਉਹਨਾਂ ਦੀ ਪੋਤਰੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ। ਤੇ ਇਹ ਜਿਹੜੀ ਪੋਤਰੀ ਸੀ ਬੀਬੀ ਪ੍ਰਧਾਨ ਕੌਰ, ਇਹ ਵੀ ਬੜੀ ਬੰਦਗੀ ਵਾਲੀ, ਬੜੀ ਦਾਨੀ-ਪੁੰਨੀ, ਬੜਾ ਸਿੱਖ ਕੌਮ ਇਹਨਾਂ ਦਾ ਬੜਾ ਸਤਿਕਾਰ ਕਰਦੀ, ਬੜੀ ਦਾਨੀ-ਪੁੰਨੀ। ਔਰ ਭਾਈ ਰਾਮ ਕੌਰ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਜਿਹੜੇ ਭਾਈ ਰਾਮ ਕੌਰ ਜੀ ਜਾ ਕੇ ਜ਼ਿਆਦਾ ਬੋਲਿਆ ਜਾਂਦਾ। ਸੋ ਉਹਨਾਂ ਦੀ ਬੜੀ ਪ੍ਰੇਮ ਨਾਲ ਸੇਵਾ ਭਾਵ, ਬਹੁਤ ਜ਼ਿਆਦਾ, ਔਰ ਇੰਨੀ ਪ੍ਰੇਮਣ ਕਿ ਅਕਸਰ ਕਹਿਣਾ, ਪਿਤਾ ਜੀ ਸਾਖੀ ਸੁਣਾਓ ਕੋਈ। ਉਹ ਫਿਰ ਉਸ ਬ੍ਰਹਮ ਅਵਸਥਾ ਵਿੱਚ ਸਾਰਾ ਸਿੱਖ ਇਤਿਹਾਸ ਸੁਣਾਇਆ ਕਰਦੇ ਸਨ। ਔਰ ਉਹਨਾਂ ਦੇ ਚਰਨਾਂ ਵਿੱਚ ਨੰਦੇੜ ਤੋਂ ਕੁਝ ਸਿੱਖ ਵੀ ਆ ਗਏ ਸਨ। ਉਹਨਾਂ ਵਿੱਚ ਜ਼ਿਕਰ ਆਉਂਦਾ ਖਾਸ ਕਰਕੇ ਭਾਈ ਸਾਹਿਬ ਸਿੰਘ ਜੀ, ਜਿਹੜੇ ਕਿ ਜਦੋਂ ਸਾਖੀ ਸੁਣਾਉਂਦੇ ਸਨ, ਇਤਿਹਾਸ ਸੁਣਾਇਆ ਕਰਦੇ ਸਨ, ਗੁਰੂ ਦੀ ਮਹਿਮਾ ਗਾਇਆ ਕਰਦੇ ਸਨ। ਭਾਈ ਰਾਮ ਕੌਰ ਜੀ ਤਾਂ ਭਾਈ ਸਾਹਿਬ ਸਿੰਘ ਜੀ ਨਾਲੋਂ ਨਾਲ ਲਿਖ ਲੈਂਦੇ ਸਨ। ਕਹਿੰਦੇ ਨੇ 2 ਪੋਥੀਆਂ ਵਿੱਚ ਉਹਨਾਂ ਨੇ ਲਿਖਿਆ ਸਾਰਾ ਕੁਛ। ਤਾਂ ਬੀਬੀ ਪ੍ਰਧਾਨ ਕੌਰ ਜੀ ਜਿਹੜੇ ਉਹਨਾਂ ਦੇ ਨੂੰਹ ਸਨ, ਉਹ ਸਾਂਭ ਕੇ ਉਹ ਰੱਖਦੇ ਸਨ ਸਾਰਾ ਕੁਛ। ਜਿਹਨੂੰ 100 ਸਾਖੀ ਕਰਕੇ ਵੀ ਕਿਹਾ ਜਾਂਦਾ, ਵੈਸੇ ਸੀਗੀਆਂ ਕਹਿੰਦੇ 700-800 ਸਾਖੀਆਂ, ਇਹ 500 ਸਾਖੀ ਕਰਕੇ ਵੀ ਕਿਹਾ ਜਾਂਦਾ, ਪਰ ਇੰਨੀਆਂ ਮਤਲਬ ਉਹ ਗੁਰੂ ਮਹਿਮਾ ਉਹ ਬੋਲਦੇ ਸਨ ਤਾਂ ਇਹ ਲਿਖੀ ਜਾਂਦੇ ਸਨ। ਤੋ ਇਹ ਜਿਹੜੀ ਬੀਬੀ ਪ੍ਰਧਾਨ ਕੌਰ ਜੀ ਆ, ਇਹ ਫਿਰ ਬਾਅਦ ਵਿੱਚ ਆਪਣੇ ਪਿਤਾ ਜੀ ਦੇ ਉੱਧਰ ਚਲੇ ਗਏ ਨੇ। ਉੱਥੇ ਫਿਰ ਇਹਨਾਂ ਦੇ ਪਿਤਾ ਜੀ ਨੇ 30 ਪਿੰਡ ਬਰਨਾਲੇ ਦੇ ਇਹਨਾਂ ਦੇ ਨਾਮ ਕਰ ਦਿੱਤੇ ਸਨ, ਬੜੇ ਉੱਚੇ ਘਰਾਣੇ ਤੋਂ ਸਨ। ਤੇ ਪੋਥੀਆਂ ਆਪਣੇ ਕੋਲ ਇਹਨਾਂ ਨੇ ਸਾਂਭ ਕੇ ਰੱਖੀਆਂ ਸਨ, ਤੇ ਪੋਥੀਆਂ ਦੀ ਸੇਵਾ ਸੰਭਾਲ ਲਈ ਪੰਡਿਤ ਨਿੱਕਾ ਸਿੰਘ ਜੀ ਸੇਵਕ ਜਿਹੜੇ ਸਨ, ਭਾਈ ਰਾਮ ਕੌਰ ਜੀ ਸਿੰਘ ਜੀ ਦੇ ਚਰਨਾਂ ਵਿੱਚ ਵੀ ਸਨ, ਉਹਨਾਂ ਦੇ ਕੋਲ ਫਿਰ ਸਨ। ਤੇ ਮਹਾਰਾਜਾ ਫਿਰ ਉਦੈ ਸਿੰਘ ਨੇ ਇਹ ਫਿਰ ਮੰਗਾਈਆਂ ਪੋਥੀਆਂ, ਪੰਡਿਤ ਨਿੱਕਾ ਸਿੰਘ ਜੀ ਉੱਥੇ ਲੈ ਕੇ ਪਹੁੰਚੇ ਨੇ। ਭਾਈ ਸੰਤੋਖ ਸਿੰਘ ਜੀ ਨੇ ਫਿਰ ਇਹਨਾਂ ਤੋਂ, ਭਾਈ ਗੁਰਦਾਸ ਜੀ 12 ਤੋਂ ਵੀ, ਜਨਮ ਸਾਖੀਆਂ ਤੋਂ, ਇਹ ਸਾਰਾ ਕੁਝ ਜਿਹੜਾ ਹੈ ਇਵੇਂ ਇਤਿਹਾਸ ਉਹਨਾਂ ਨੇ ਲਿਖਿਆ। ਪਰ ਆਪ ਵੀ ਅੰਤਰਾਤਮੇ ਜਿਹੜਾ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਹੁਤ ਰਸ ਪਹੁੰਚਦੇ ਸਨ, ਇਵੇਂ ਉਹਨਾਂ ਨੇ ਇਹ ਸਾਰਾ ਇਤਿਹਾਸ ਲਿਖਿਆ ਸੰਗਤ ਜੀ। ਔਰ ਫਿਰ ਜਦੋਂ ਇਹਨਾਂ ਨੇ ਲਿਖ ਲਿਆ ਇਹ ਸਾਰਾ ਇਤਿਹਾਸ, ਗੁਰੂ ਮਹਿਮਾ, ਗੁਰੂ ਜਸ, ਫਿਰ ਇਹ ਲੈ ਕੇ ਅਕਾਲ ਤਖਤ ਸਾਹਿਬ ਤੇ ਪਹੁੰਚੇ ਨੇ। ਤਾਂ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੇ ਬਹੁਤ ਸਤਿਕਾਰ ਕੀਤਾ। ਇਹਨਾਂ ਨੇ ਪਾਲਕੀ ਸਜਾ ਕੇ ਲੈ ਕੇ ਗਈਆਂ ਵੀ ਸਾਡੇ ਗੁਰੂ ਦੀ ਮਹਿਮਾ ਲਿਖੀ ਹੈ, ਸੋ ਇਹਨਾਂ ਨੂੰ ਪਾਲਕੀ ਵਿੱਚ ਸਤਿਕਾਰ ਦਿੱਤਾ ਜਾਵੇ। ਜਿਸ ਦਿਨ ਵਿਦਵਾਨ ਨੇ ਲਿਖਣਾ ਸ਼ੁਰੂ ਕੀਤਾ, ਗਰੀਬੀ ਦੀ ਹਾਲਤ ਸੀ, ਲੇਕਿਨ ਜਦੋਂ ਸਤਿਗੁਰ ਦੀ ਵਡਿਆਈ ਲਿਖੀ ਫਿਰ ਇੰਨਾ ਸਤਿਕਾਰ, ਇੰਨਾ ਸਤਿਕਾਰ। ਸੋ ਇਹ ਲੇਕਿਨ ਪਾਲਕੀ ਨੂੰ ਇਹਨਾਂ ਨੇ ਹੱਥ ਲਗਾਇਆ, ਇਹ ਬੈਠੇ ਨੇ। ਸੰਗਤਾਂ ਨੇ ਬਹੁਤ ਕਿਹਾ ਬੈਠੋ, ਅਸੀਂ ਤੁਹਾਡਾ ਇੰਨਾ ਸਤਿਕਾਰ ਕਰਦੇ ਹਾਂ। ਕਹਿੰਦੇ ਨਹੀਂ ਨਹੀਂ, ਇੱਥੇ ਤਾਂ ਗੁਰੂ ਰਾਮਦਾਸ ਜੀ ਦੀਆਂ ਪਾਲਕੀਆਂ ਜਿਹੜੀਆਂ ਸ਼ੋਭਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਸ਼ੋਭਦੀਆਂ ਨੇ, ਅਸੀਂ ਤਾਂ ਨੰਗੇ ਚਰਨੀ ਜਿਹੜੇ ਆ ਚੱਲ ਕੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਜਾਵਾਂਗੇ। ਤੇ ਅਕਾਲ ਤਖਤ ਸਾਹਿਬ ਵਿਖੇ ਇਹਨਾਂ ਨੇ ਭੇਟਾ ਕੀਤੇ ਆਪਣੇ ਪੋਥੀਆਂ, 4 ਪੋਥੀਆਂ ਸਨ, 4 ਗ੍ਰੰਥਾਂ ਵਿੱਚ ਲਿਖਿਆ, ਉਹ ਭੇਟਾ ਕਰ ਦਿੱਤੀ। ਔਰ ਅਰਦਾਸ ਕਰ ਦਿੱਤੀ ਕਿ ਸੰਗਤ ਜੀ ਇਹ ਗੁਰੂ ਪੰਥ ਦੀ ਇਹ ਅਮਾਨਤ ਹੈ, ਮੇਰੇ ਪਰਿਵਾਰ ਦਾ ਇੱਥੇ ਕੋਈ ਵੀ ਦਾਵਾ ਨਹੀਂ। ਸੋ ਅੱਜ ਪਰਿਵਾਰ ਆਪਣੇ ਹੱਕ ਰਾਖਵੇਂ ਰੱਖ ਲੈਂਦਾ ਤਾਂ ਕਿੰਨਾ ਉਹ ਕਮਾਈ ਕਰਦਾ, ਪਰ ਨਹੀਂ, ਅੱਜ ਵਿਦਵਾਨ ਸਾਰੇ ਇਹ ਕਥਾ ਕਰ ਕਰਕੇ ਆਪਣੇ ਜਿਹੜੇ ਨੇ ਰੋਜ਼ੀ ਰੋਟੀ ਚਲਾ ਰਹੇ ਨੇ, ਲੱਖਾਂ ਹੀ ਵਿਦਵਾਨ ਭਾਈ ਸਾਹਿਬ ਜੀ ਦੀਆਂ ਲਿਖਤਾਂ ਤੋਂ। ਸੋ ਇਹੋ ਜਿਹਾ ਭਾਈ ਸਾਹਿਬ ਜੀ ਦਾ ਜੀਵਨ ਸੀ, ਬੜਾ ਸਿੱਖ ਕੌਮ ਨੇ ਬਹੁਤ ਸਤਿਕਾਰ ਦਿੱਤਾ ਉਹਨਾਂ ਨੂੰ। ਔਰ ਉਸੇ ਸਾਲ ਹੀ ਫਿਰ ਜਦੋਂ ਇਹਨਾਂ ਨੇ 10 ਪਾਤਸ਼ਾਹੀਆਂ ਦਾ ਜੀਵਨ ਵਾਲਾ ਵੀ ਗ੍ਰੰਥ ਇਹਨਾਂ ਦਾ ਕੰਪਲੀਟ ਹੋ ਗਿਆ, ਸੂਰਜ ਪ੍ਰਕਾਸ਼ ਗ੍ਰੰਥ, ਉਸੇ ਸਾਲ ਹੀ ਫਿਰ ਕੈਥਲ ਦੇ ਵਿੱਚ ਇਹ ਜਿਹੜਾ ਹੈ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਔਰ ਇਹਨਾਂ ਦੇ ਜਿਹੜਾ ਸਰਾਣੇ ਦੇ ਨੀਚੋਂ ਇਹਨਾਂ ਦੀ ਇੱਕ ਲਿਖਤ ਮਿਲੀ, ਜਿਹਦੇ ਵਿੱਚ ਇਹਨਾਂ ਦੀ ਕੀ ਅਵਸਥਾ ਸੀ। ਉਹਦੇ ਵਿੱਚ ਇਹ ਸੀਗਾ ਕਿ ਬਸ ਮੈਂ ਜਿਹੜਾ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੀ ਲਿਵਲੀਨ, ਵੀ ਬਸ ਮੈਨੂੰ ਹੁਣ ਕੋਈ ਹੋਰ ਆਸ ਨਹੀਂ। ਅਬ ਆਨ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀ ਉਹ ਮਨ ਮਾਹੇ। ਕਹਿੰਦੇ ਮੈਨੂੰ ਕੋਈ ਹੁਣ ਮਤਲਬ ਦੁਨੀਆ ਦੀ ਕੋਈ ਆਸ ਨਹੀਂ ਆ, ਸਿਰਫ ਕਿਉਂਕਿ ਮੇਰੇ ਹਿਰਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਸੇ ਪਏ ਨੇ। ਤਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਭੇਦ। ਫਿਰ ਇਹਨਾਂ ਨੇ ਇੱਕ ਇਹਨਾਂ ਦਾ ਹੋਰ ਦੋਹਰਾ ਮਿਲਿਆ, ਜਿਹਦੇ ਵਿੱਚ ਲਿਖਣਾ, ਸਤਿਗੁਰ ਮਮ ਬੇੜੀ ਕੱਟੋ, ਨਿਜ ਬੇੜੀ ਪਰ ਚਾੜ, ਇਹ ਬੇੜੀ ਹੋਏ ਭਵ ਸਫਲ, ਬਿਨ ਬੇੜੀ ਕਰ ਪਾਰ। ਤੋ ਇੱਕ ਬੇੜੀ ਸ਼ਬਦ ਆ, ਲੇਕਿਨ ਉਹਦੇ ਕਿੰਨੇ ਅਲੱਗ-ਅਲੱਗ ਭਾਵ ਨੇ। ਵੀ ਸਤਿਗੁਰ ਮਮ ਬੇੜੀ ਕੱਟੋ, ਮੇਰੇ ਬੰਧਨ ਕੱਟ ਦਿਓ ਸਤਿਗੁਰ ਜੀ, ਇੱਥੇ ਬੇੜੀ ਮਤਲਬ ਬੰਧਨ। ਦੂਸਰਾ ਫਿਰ ਉਹ ਕਹਿੰਦੇ ਨੇ ਕਿ ਨਿਜ ਬੇੜੀ ਪਰ ਚਾੜ, ਸੋ ਆਪਣੀ ਕਿਸ਼ਤੀ ਵਿੱਚ, ਆਪਣੀ ਬੇੜੀ ਵਿੱਚ ਮੈਨੂੰ ਸਵਾਰ ਕਰ ਲਓ।
ਇਹ ਬੇੜੀ ਹੋਏ ਭਵ ਸਫਲ, ਇਸੇ ਵਾਰੀ ਇਹ ਬੇੜੀ ਇੱਥੇ ਮਤਲਬ ਇਸੇ ਵਾਰੀ ਜਿਹੜਾ ਮੈਨੂੰ ਸਫਲਾ ਕਰ ਦਿਓ, ਇਹ ਬੇੜੀ ਕਰ ਪਾਰ, ਦੇਰੀ ਨਾ ਲਾਓ ਹੁਣ, ਮੈਨੂੰ ਪਾਰ ਕਰ ਦਿਓ। ਸੋ ਇੰਨੇ ਸੁੰਦਰ ਭਾਵ ਭਾਈ ਸੰਤੋਖ ਸਿੰਘ ਜੀ ਦੇ। ਸੋ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਹੈ ਇਹ ਇੱਧਰ ਹੀ ਸਾਹਿਤ ਵੱਲ ਨੂੰ ਲਾਇਆ, ਗੁਰੂ ਦੀ ਮਹਿਮਾ ਵਿੱਚ ਲਾਇਆ। ਤੋ ਪੰਥ ਵਿੱਚ ਬਹੁਤ ਉਹਨਾਂ ਦਾ ਸਤਿਕਾਰ ਹੈ। ਸੰਗਤ ਜੀ ਕੁਛ ਮਿਲਾਵਟਾਂ ਹੋਈਆਂ ਨੇ। ਮਿਲਾਵਟਾਂ ਦੇਖੋ, ਚਾਣਕਿਆ ਦੀ ਨੀਤੀ ਕੀ ਕਹਿੰਦੀ ਹੈ, ਅਸੀਂ ਸਮਝੀਏ ਸਾਰੇ ਜਣੇ। ਚਾਣਕਿਆ ਦੀ ਨੀਤੀ ਕਹਿੰਦੀ ਹੈ, ਅਗਰ ਤੁਸੀਂ ਕਿਸੇ ਨੂੰ ਗਿਰਾਣਾ ਆ, ਫਿਰ ਕੀ ਕਰੋ, ਉਹਦੇ ਸਾਹਿਤ 'ਚ ਮਿਲਾਵਟ ਕਰੋ, ਔਰ ਖਾਸ ਕਰਕੇ ਉਹਦਾ ਜਿਹੜਾ ਧਾਰਮਿਕ ਸਾਹਿਤ ਆ ਉਹਦੇ ਵਿੱਚ ਮਿਲਾਵਟ ਕਰੋ, ਤਾਂ ਕਿ ਉਹਦੀ ਵੈਲਿਊ ਘਟ ਜਾਵੇ, ਉਹਨਾਂ ਦੇ ਧਰਮ ਦੀ, ਉਹਨਾਂ ਦੀਆਂ ਮਰਿਆਦਾਵਾਂ ਦੀ, ਉਹਨਾਂ ਦੇ ਜਿਹੜੇ ਅਸੂਲ ਨੇ, ਪ੍ਰਿੰਸੀਪਲਸ ਨੇ ਉਸ ਧਰਮ ਦੇ, ਉਹਨਾਂ ਦੀ ਮਾਨਤਾ ਘਟੇ। ਸੋ ਇਹ ਮਿਸ ਮੇਰੀ ਵੀ ਕਰਨ ਆਈ ਸੀ, ਅੰਗਰੇਜ਼ਾਂ ਨੇ ਵੀ ਡਿਊਟੀ ਲਗਾਈ ਸੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਕਿਉਂਕਿ ਜਦੋਂ ਗੋਰਿਆਂ ਦਾ ਰਾਜ ਸੀ ਹਿੰਦੁਸਤਾਨ ਦੇ ਉੱਤੇ, ਉਹਨਾਂ ਨੇ ਦੇਖਿਆ ਵੀ ਸਿੱਖਾਂ ਦਾ ਐਡਾ ਜੀਵਨ, ਇੰਨਾ ਚੜ੍ਹਦੀਆਂ ਕਲਾਂ ਵਾਲਾ ਜੀਵਨ, ਇਹ ਸਧਾਰਨ ਕਿਰਤੀ ਨੇ, ਲੇਕਿਨ ਇਹ ਭਿੱਖਿਆ ਨਹੀਂ ਮੰਗਦੇ, ਇਹ ਕਿਸੇ ਦੀ ਉਲਟਾ ਵੰਡ ਕੇ ਛਕਦੇ ਨੇ, ਕਿਸੇ ਦੀ ਧੀ ਭੈਣ ਨੂੰ ਬੁਰੀ ਨਿਗਾਹ ਨਾਲ ਦੇਖਦੇ ਨੇ, ਸਭ ਦੀ ਰੱਖਿਆ ਕਰਦੇ ਨੇ। ਵੀ ਇੰਨਾ ਇਹਨਾਂ ਦਾ ਕਿਰਦਾਰ ਉੱਚਾ ਆ, ਇਹਨਾਂ ਦਾ ਜੀਵਨ ਕਿੱਥੋਂ ਆ? ਰਾਜੇ ਅਸੀਂ ਆ, ਲੇਕਿਨ ਰਾਜਿਆਂ ਵਰਗਾ ਜੀਵਨ ਇਹ ਜੀਂਦੇ ਨੇ। ਥੋੜੀ ਇਨਕਮ ਵੀ ਐਨ ਬਾਦਸ਼ਾਹਾਂ ਦੀ ਤਰ੍ਹਾਂ ਜੀਂਦੇ ਨੇ, ਮਤਲਬ ਕਿਉਂਕਿ ਸਮਝੌਤਾ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦਾ, ਆਪਣੇ ਅਣਖ ਵਿੱਚ ਜੀਵਨ ਜਿਉਂਦੇ ਨੇ। ਫਿਰ ਉਹਨਾਂ ਨੇ ਰਿਸਰਚ ਕਰਾਈ, ਉਹਨਾਂ ਨੂੰ ਪਤਾ ਚੱਲਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਤੇ ਇਹਨਾਂ ਦਾ ਗੁਰੂ ਇਹਨਾਂ ਨੂੰ ਇੰਨਾ ਉੱਚਾ ਮਨੋਬਲ ਦਿੰਦਾ ਹੈ। ਫਿਰ ਉਹਨਾਂ ਨੇ ਇੱਕ ਔਰਤ, ਮਿਸ ਮੇਰੀ ਅੰਗਰੇਜ਼ ਔਰਤ ਦੀ ਡਿਊਟੀ ਲਗਾਈ, ਤੇ ਤੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੀਨਿੰਗ ਇਸ ਤਰ੍ਹਾਂ ਤੋੜ ਮਰੋੜ ਕੇ ਲਿਖ ਦੇ, ਇਹਦੀ ਮਾਨਤਾ ਹੀ ਘਟ ਜਾਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ। ਤਾਂ ਮਿਸ ਮੈਰੀ ਨੇ ਆਪਣਾ ਜ਼ਿਕਰ ਕੀਤਾ, ਉਹਨੇ ਕਿਹਾ ਮੈਂ ਆਈ ਇਹੀ ਕੰਮ ਕਰਨ ਸੀ, ਲੇਕਿਨ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪੰਨੇ ਦਾ ਹੀ ਮੈਂ ਅਧਿਐਨ ਸ਼ੁਰੂ ਕੀਤਾ, ਰਿਸਰਚ ਸ਼ੁਰੂ ਕੀਤੀ, ਜਦੋਂ ਮੈਂ ਉੱਥੇ ਪੜ੍ਹਿਆ ਇੱਕ ਓਂਕਾਰ, ਵੀ ਇਹ ਤਾਂ ਇੱਕ ਗੋਡ ਦੀ ਗੱਲ ਕਰਨ ਵਾਲਾ। ਫਿਰ ਜਦੋਂ ਕਹਿੰਦੀ ਮੈਂ ਨਿਰਭਉ ਨਿਰਵੈਰ ਤੱਕ ਪਹੁੰਚੀ, ਮੇਰੇ ਅੰਦਰ ਦਾ ਸਾਰਾ ਹੀ ਵੈਰ ਖਤਮ ਹੋ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ। ਪਤਾ ਹੈ ਸੰਗਤ ਜੋ ਮਿਸ ਮੇਰੀ ਔਰਤ, ਉਹ ਕਹਿੰਦੀ ਹੈ ਜਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਮੇਰੇ ਅੰਦਰ ਦੀਆਂ ਮੈਲਾਂ ਹੀ ਕੱਟ ਦਿੱਤੀਆਂ, ਮੇਰਾ ਵੈਰ ਹੀ ਦੂਰ ਕਰ ਦਿੱਤਾ, ਵੀ ਮੈਂ ਉਸ ਗ੍ਰੰਥ ਸਾਹਿਬ ਦੇ ਨਾਲ ਕਿਵੇਂ ਵੈਰ ਕਮਾ ਸਕਦੀ ਹਾਂ। ਪਤਾ ਮਿਸ ਮੇਰੀ ਬਾਅਦ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘਣੀ ਸੱਜ ਗਈ, ਔਰ ਸਾਰੀ ਉਮਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਉਂਦੀ ਰਹੀ। ਸੋ ਇਵੇਂ ਮਿਲਾਵਟਾਂ ਇਹ ਭਾਈ ਸੰਤੋਖ ਸਿੰਘ ਜੀ ਦੀਆਂ ਲਿਖਤਾਂ ਵਿੱਚ ਵੀ ਹੋਈਆਂ ਨੇ। ਸੋ ਹੀ ਮੈਂ ਫਿਰ ਇਹੀ ਬੇਨਤੀ ਕਰਾਂਗੀ ਕਿ ਸਿੱਖਾਂ ਦਾ ਪੈਨਲ ਬੈਠੇ, SGPS ਵਾਲੇ ਬਿਠਾਉਣ, SGPC ਵਾਲੇ ਤੋਂ ਵਿਦਵਾਨ ਮਹਾਂਪੁਰਖ ਵਿੱਚ ਬੈਠਣ, ਤੇ ਜਿਹੜੀਆਂ ਮਿਲਾਵਟਾਂ ਨੇ ਉਹਨੂੰ ਕੱਢ ਦਿੱਤੀਆਂ ਜਾਣ, ਜਿਵੇਂ 10 ਗ੍ਰੰਥ ਵਿੱਚ ਜਿਹੜੀਆਂ ਮਿਲਾਵਟਾਂ ਨੇ ਕੱਢ ਦਿੱਤੀਆਂ ਜਾਣ, ਤਾਂ ਕਿ ਸਹੀ ਚੀਜ਼ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨੁਸਾਰ ਹੈ ਉਹ ਸਾਡੇ ਹੱਥਾਂ ਤੱਕ ਪਹੁੰਚ ਪਾਵੇ। ਤੋ ਸੰਗਤ ਜੀ, ਇਹ ਤਾਂ ਕਵੀ ਸੰਤੋਖ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਵਿਦਵਾਨ ਸੰਤੋਖ ਸਿੰਘ ਜੀ, ਮਹਾਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ। ਤਾਂ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਦੇ ਉਹਨਾਂ ਦਾ ਵੀ ਜਿਹੜੇ ਕਵੀ ਹੋਏ ਨੇ, ਥੋੜ੍ਹਾ ਜਿਹਾ ਜ਼ਿਕਰ ਕਰੀਏ, ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਕਿੰਨਾ ਨਵਾਜਿਆ। ਸਾਰਿਆਂ ਨੂੰ ਪਤਾ ਨਾ 52 ਕਵੀ ਹੁੰਦੇ ਸੀ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ, ਤਾਂ ਮਹਾਰਾਜ ਜੀ ਨੇ ਆਪਣੇ ਵਿਦਵਾਨਾਂ ਨੂੰ ਕਿਵੇਂ ਨਿਵਾਜਿਆ। ਸੋ ਵਿਦਵਾਨਾਂ ਦੀ ਕਿੰਨੀ ਕਦਰ, ਉਦੋਂ ਇਹੋ ਜਿਹੇ ਹਾਲਾਤ ਸਨ ਹਿੰਦੁਸਤਾਨ ਦੇ ਵਿੱਚ, ਵਿਦਵਾਨਾਂ ਦੀ ਕਦਰ ਨਹੀਂ ਸੀ, ਭੁੱਖੇ ਮਰ ਰਹੇ ਸਨ, ਬੁਰਾ ਹਾਲ ਉਹਨਾਂ ਦਾ ਹੋਇਆ ਪਿਆ ਸੀਗਾ। ਤੇ ਲੇਕਿਨ ਹੁਣ ਜਿਹੜਾ ਹੁੰਦਾ ਨਾ ਕਵੀ, ਸਾਰੇ ਵਿਦਵਾਨ ਨਹੀਂ, ਮਤਲਬ ਕਵੀਆਂ ਦਾ ਬੁਰਾ ਹਾਲ ਹੋਇਆ ਸੀ। ਕਵੀ ਨੂੰ ਆਪਣੀ ਕਾਵ ਸ਼ੈਲੀ ਨਾਲ ਪਿਆਰ ਹੁੰਦਾ, ਉਹ ਉਹਦੇ ਵਿੱਚ ਉਹ ਡੁੱਬਣਾ ਚਾਹੁੰਦਾ, ਪਰ ਹਾਲਾਤ ਜਿਹੜੇ ਮਾੜੇ, ਕੋਈ ਕਦਰ ਨਹੀਂ ਸੀ ਹਿੰਦੁਸਤਾਨ ਦੇ ਵਿੱਚ। ਤੋ ਆਪਾਂ ਥੋੜ੍ਹਾ ਜ਼ਿਕਰ ਕਰਦੇ ਹਾਂ ਵੀ ਕਿਹੜੇ ਮਹਾਰਾਜ ਦੇ ਕਵੀ। ਇੱਕ ਸੰਗਤ ਜੀ ਕਵੀ ਹੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਿਆ। ਸੋ ਬਹੁਤ ਗਰੀਬੀ ਵਾਲੀ ਉਹਨਾਂ ਦੀ ਹਾਲਤ ਹੈ, ਜਿਹੜਾ ਬਸਤਰ ਵੀ ਉਹਨਾਂ ਨੇ ਪਹਿਨੇ ਹੋਏ ਨੇ ਉਹਨੂੰ ਟਾਕੀਆਂ ਲਗਾਈਆਂ ਹੋਈਆਂ ਨੇ। ਤੇ ਗੁਰੂ ਮਹਾਰਾਜ ਨੇ ਕਿਹਾ ਸੀ ਸਿੱਖਾਂ ਨੂੰ ਜਿਹੜੇ ਪਹਿਰੇ ਤੇ ਹੁੰਦੇ ਸਨ, ਵੀ ਕੋਈ ਵੀ ਵਿਦਵਾਨ ਆਵੇ ਉਹਨੂੰ ਰੋਕਣਾ ਨਹੀਂ, ਆ ਲੈਣ ਦੇਣਾ। ਸੋ ਕਵੀ ਹੀਰ ਨੂੰ ਰੋਕਿਆ ਨਹੀਂ ਗਿਆ, ਉਹ ਵੀ ਦਰਬਾਰ ਵਿੱਚ ਪਹੁੰਚ ਗਏ। ਸੋ ਕਿਹਾ ਮਹਾਰਾਜ ਜੀ ਮੈਂ ਕਵਿਤਾ ਸੁਣਾਣੀ, ਤੇ ਮਹਾਰਾਜ ਨੇ ਕਿਹਾ ਸੁਣਾਓ। ਤੇ ਹੁਣ ਸਾਰੇ ਵਿਦਵਾਨ ਹੁਣ ਦੇਖ ਰਹੇ ਨੇ ਵੀ, ਕਿਉਂਕਿ ਵਿਦਵਾਨ ਨੂੰ ਹੁੰਦਾ ਨਾ ਦੂਸਰਾ ਵਿਦਵਾਨ, ਕਵੀ ਨੂੰ ਹੁੰਦਾ ਦੂਸਰਾ ਕਵੀ ਕੀ ਸੁਣਾ ਰਿਹਾ। ਸੋ ਕਵੀ ਹੀਰ ਉੱਠ ਕੇ ਖੜੇ ਤੇ ਕਵਿਤਾ ਸੁਣਾਉਣ ਦੇ ਲਈ
ਕਵਿਤਾ ਸੁਣਾਉਣ ਦੀ ਬਜਾਏ ਕੀ ਕਰਨ ਲੱਗ ਗਏ, ਜਿਹਨੇ ਇੱਕ ਪਹਿਲਵਾਨ ਹੁੰਦਾ ਨਾ ਅਖਾੜੇ ਦੇ ਵਿੱਚ, ਤੋ ਕਦੀ ਥਾਪੜੇ ਮਾਰੇ, ਕਦੀ ਬੈਠਕਾਂ ਕੱਢੇ, ਉਹ ਇਉਂ ਕਰਨਾ ਸ਼ੁਰੂ ਕਰ ਦਿੱਤਾ। ਨਾਲ ਕਹੇ ਹੁਣ ਆ ਤੂੰ, ਹੁਣ ਆ। ਸੋ ਹੁਣ ਸਤਿਗੁਰ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ ਨੇ, ਸਾਰੇ ਵਿਦਵਾਨ ਵੀ ਇਹਨੇ ਕਵਿਤਾ ਸੁਣਾਣੀ, ਇਹ ਕਰ ਕੀ ਰਿਹਾ, ਪਹਿਲਵਾਨਾਂ ਵਾਲੀਆਂ ਹਰਕਤਾਂ। ਗੁਰੂ ਮਹਾਰਾਜ ਜੀ ਕਹਿੰਦੇ ਭਾਈ ਕਵੀ ਹੀਰ, ਵਿਦਵਾਨ ਬੈਠੇ ਨੇ ਤੇਰੀ ਕਵਿਤਾ ਸੁਣਨ ਨੂੰ, ਤੂੰ ਕਵਿਤਾ ਸੁਣਾ, ਅਸੀਂ ਤੇਰੀ ਕਵਿਤਾ ਸੁਣਨਾ ਚਾਹੁੰਦੇ ਹਾਂ, ਕਵਿਤਾ ਸੁਣਾ। ਕਹਿੰਦਾ ਮਹਾਰਾਜ ਜੀ ਕਵਿਤਾ ਸੁਣਾਉਣ ਦੀ ਤਿਆਰੀ ਕਰ ਰਿਹਾ। ਜਦੋਂ ਪਹਿਲਵਾਨ ਘੋਲ ਕਰਨ ਤੋਂ ਪਹਿਲਾਂ ਤਿਆਰੀ ਕਰਦਾ ਹੁੰਦਾ ਨਾ, ਆਪਣੀਆਂ ਬੈਠਕਾਂ ਕੱਢ, ਥਾਪੜੇ ਮਾਰ, ਤੇ ਆਪਣੇ ਡੋਲਿਆਂ ਤੇ ਵੀ ਹੱਥ ਮਾਰ, ਮਹਾਰਾਜ ਜੀ ਮੈਂ ਉਹੀ ਤਿਆਰੀ ਕਰ ਰਿਹਾ। ਮਹਾਰਾਜ ਕਹਿੰਦੇ ਕਵਿਤਾ ਸੁਣਾ ਭਾਈ ਤੂੰ। ਉਹ ਕਹਿੰਦਾ ਕਿ ਮਹਾਰਾਜ ਜੀ ਮੈਂ ਇਹ ਤਿਆਰੀ ਕਰ ਰਿਹਾ, ਮੈਂ ਗਰੀਬੀ ਨੂੰ, ਮੈਂ ਕੰਗਾਲਤਾ ਨੂੰ, ਮੈਂ ਦਰਿਦਰਤਾ ਨੂੰ ਕਹਿੰਦਾ ਹੁਣ ਆ ਜਰਾ ਗੁਰੂ ਦੇ ਦਰਬਾਰ ਵਿੱਚ। ਤੂੰ ਜਿਹੜਾ ਮੇਰਾ ਪਿੱਛਾ ਨਹੀਂ ਨਾ ਛੱਡਦੀ ਹੈ ਗਰੀਬੀ, ਹੁਣ ਆ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ। ਇਹ ਜਿਹੜਾ ਗੁਰੂ ਆ ਨਾ, ਗੁਰੂ ਗੋਬਿੰਦ ਸਿੰਘ, ਇਹ ਜਦੋਂ ਆਪਣੇ ਜਿਹੜਾ ਭੱਥਾ ਆ ਉਹਦੇ ਵਿੱਚੋਂ ਜਦੋਂ ਤੀਰ ਕੱਢਦਾ ਨਾ, ਦੁਸ਼ਮਣ ਦੀ ਛਾਤੀ ਵਿੱਚ ਐਹੋ ਮਾਰਦਾ, ਛਲਨੀ ਛਲਨੀ ਕਰਕੇ ਰੱਖ ਦਿੰਦਾ ਉਹਦੀ ਛਾਤੀ। ਲੇਕਿਨ ਇਹੀ ਗੁਰੂ ਜਿਹੜਾ ਆ, ਜਦੋਂ ਦਾਨ ਵਾਲੇ ਹੱਥ ਵਿੱਚੋਂ ਦਾਨਾਂ ਦੇ ਤੀਰ ਮਾਰਦਾ ਨਾ, ਇਹ ਕੰਗਾਲਤਾ, ਇਹ ਗਰੀਬੀ, ਇਹ ਦਰਿਦਰਤਾ ਤੈਨੂੰ ਛਲਨੀ ਛਲਨੀ ਕਰਕੇ ਰੱਖ ਦੂਗਾ, ਤੂੰ ਹੁਣ ਮੱਥਾ ਟੇਕ ਕੇ ਇੱਥੋਂ ਚਲੀ ਜਾ। ਤੂੰ ਕੀ ਕਹਿੰਦਾ ਕਵੀ ਹੀਰ, ਦਾਰਿਦ ਕਪੂਤ ਤੇਰੋ ਮਰਮ ਬਣਿਓ ਹੈ ਅੱਜ। ਉਹ ਕਹਿੰਦਾ ਇਹ ਗਰੀਬੀ, ਇਹ ਦਰਿਦਰਤਾ, ਅੱਜ ਤੇਰੀ ਮੌਤ ਦਾ ਦਿਨ ਆ ਗਿਆ, ਹੁਣ ਨੂੰ ਤੂੰ ਰਹਿ ਸਕਦੀ ਮੇਰੇ ਕੋਲ। ਇਹ ਪਹਿਲਵਾਨ ਨੂੰ ਕਵੀ ਪਹਿਲਵਾਨ ਆਪਣੀ ਕਵਿਤਾ ਵਿੱਚ ਕਹਿ ਰਿਹਾ, ਦਾਰਿਦ ਕਪੂਤ ਤੇਰੋ ਮਰਮ ਬਣਿਓ ਹੈ ਆਜ, ਕਰਕੇ ਸਲਾਮ ਹੋ ਜੋ ਕਵੀ ਹੀਰ ਸੋ। ਕਹਿੰਦਾ ਹੁਣ ਤੂੰ ਸਲਾਮ ਕਰਕੇ ਇੱਥੋਂ ਚਲੀ ਜਾ। ਨਾਸਰੋ ਗੋਬਿੰਦ ਸਿੰਘ ਬਿਲਕ ਕਰਨਗੇ ਤੋਏ, ਟੂਕ ਟੂਕ ਮਾਰੇ ਗਾਡੇ ਦਾਮਨ ਕੇ ਤੀਰ ਸੋ। ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਆਪਣੇ ਦਾਨ ਵਾਲੇ ਹੱਥ ਵਿੱਚੋਂ ਤੀਰ ਕੱਢਣੇ ਨੇ, ਔਰ ਏਦਾਂ ਦੇ ਮਿਹਰਾਂ ਭਰੇ ਤੀਰ ਮਾਰਨੇ ਨੇ ਮੇਰੇ ਉੱਤੇ, ਔਰ ਜਿਹੜੀ ਗਰੀਬੀ ਕੰਗਾਲਤਾ ਤੂੰ ਮੈਨੂੰ ਜਿਹੜੀ ਚਿੰਬੜੀ ਹੋਈ ਆ ਨਾ, ਤੈਨੂੰ ਟੁਕੜੇ ਟੁਕੜੇ ਛਲਨੀ ਛਲਨੀ ਕਰਕੇ ਰੱਖ ਦੇਣਾ ਗੁਰੂ ਗੋਬਿੰਦ ਸਿੰਘ ਨੇ। ਗੁਰੂ ਮਹਾਰਾਜ ਨੇ ਕਿਹਾ ਕਵਿਤਾ ਛੱਡੋ। ਜਿਹੜਾ ਖਜ਼ਾਨਚੀ ਸਿੱਖ ਸੀ, ਮਹਾਰਾਜ ਨੇ ਖਜ਼ਾਨਚੀ ਸਿੱਖ ਨੂੰ ਕਿਹਾ ਇਹਨੂੰ ਲੈ ਜਾਓ, ਜਿੰਨਾ ਇਹਦਾ ਭਾਰ ਆ ਉਹਦੇ ਬਰਾਬਰ ਤੋਲ ਕੇ ਇਹਨੂੰ ਜਿਹੜਾ ਹੈ ਖਜ਼ਾਨਾ ਦੇ ਦਿੱਤਾ ਜਾਵੇ। ਸੰਗਤ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ, ਇਹ ਛੋਟੀ ਖੇਡ ਨਹੀਂ। ਗਰੀਬ ਨਵਾਜ ਨੇ, ਗਰੀਬਾਂ ਨੂੰ ਨਵਾਜਦੇ ਨੇ। ਸੋ ਕੋਈ ਭਿਖਾਰੀ ਵਾਲੇ ਹਾਲਤ ਵਿੱਚ ਆਉਂਦਾ ਨਾ, ਮਹਾਰਾਜ ਜੀ ਉਹਨੂੰ ਰਜਵਾੜਿਆਂ ਵਾਲਾ ਜੀਵਨ ਦੇ ਦਿੰਦੇ। ਕਵੀ ਹੰਸ ਰਾਮ ਵੀ ਆਇਆ ਸੀ ਗੁਰੂ ਦਰਬਾਰ ਵਿੱਚ, ਉਹਦਾ ਵੀ ਗਰੀਬੀ ਦਾ ਹਾਲਤ, ਘਰ ਵਿੱਚ ਰੋਟੀ ਨਹੀਂ ਸੀ ਪੱਕਦੀ, ਘਰ ਵਾਲੀ ਮਿਹਨੇ ਤਾਨੇ ਦਿੰਦੀ ਸੀ, ਉਹ ਕਹਿੰਦੀ ਕੁਛ ਹੋਰ ਕੰਮ ਕਰ। ਉਹ ਚਾਹ ਵੀ ਨਹੀਂ ਸੀ ਦਿਆ ਕਰਦੀ, ਕਿੱਥੋਂ ਕਹਿੰਦੀ ਚਾਹ ਦੇਵਾਂ, ਨਾ ਦੁੱਧ ਆ, ਨਾ ਪੱਤੀ ਆ, ਨਾ ਚੀਨੀ ਆ। ਸੋ ਉਹ ਵੀ ਮਜਬੂਰ ਸੀ। ਸੋ ਇਹੋ ਜਿਹੇ ਇਹਨਾਂ ਦਾ ਹਾਲਾਤ, ਇਹ ਵੀ ਪਹੁੰਚ ਗਿਆ ਕਵੀ ਹੰਸ ਰਾਮ ਗੁਰੂ ਮਹਾਰਾਜ ਦੇ ਦਰਬਾਰ ਵਿੱਚ। ਤਾਂ ਕਹਿ ਮਹਾਰਾਜ ਜੀ ਮੈਂ ਕਵਿਤਾ ਸੁਣਾਣੀ ਹੈ। ਮਹਾਰਾਜ ਜੀ ਬੜੇ ਸਤਿਕਾਰ ਨਾਲ ਕਹਿੰਦੇ ਨੇ ਤੁਹਾਡਾ ਨਾਮ ਕੀ ਹੈ। ਮਹਾਰਾਜ ਜੀ ਛੱਡੋ, ਸਾਡਾ ਗਰੀਬਾਂ ਦਾ ਕਾਹਦਾ ਨਾਮ, ਗਰੀਬਾਂ ਦੇ ਕਿਉਂ ਨਾਮ ਹੁੰਦੇ ਆ, ਨਾਮ ਤਾਂ ਅਮੀਰਾਂ ਦੇ ਹੁੰਦੇ, ਸਾਹਿਬ ਜੀ ਪਤਾ ਨਹੀਂ ਕਿੰਨੇ ਕਿੰਨੇ ਕਹਿੰਦੇ ਨਾਲ ਰੁਤਬੇ ਲਾ ਲਾ ਕੇ ਬੋਲਦੇ ਨੇ, ਮਹਾਰਾਜ ਸਾਡਾ ਗਰੀਬਾਂ ਦਾ ਕਾਹਦਾ ਨਾਮ। ਮਹਾਰਾਜ ਜੀ ਫਿਰ ਪ੍ਰੇਮ ਨਾਲ ਕਹਿੰਦੇ ਨੇ ਭਾਈ ਕੋਈ ਤਾਂ ਘਰਦਿਆਂ ਨੇ ਨਾਮ ਰੱਖਿਆ ਹੀ ਹੋਏਗਾ ਨਾ। ਕਹਿੰਦਾ ਮਹਾਰਾਜ ਜੀ ਘਰਦਿਆਂ ਨੇ ਤਾਂ ਰੱਖਿਆ ਸੀ ਹੰਸ ਰਾਮ ਨਾਮ, ਲੇਕਿਨ ਇੰਨੀ ਗਰੀਬੀ, ਹੰਸੂ ਹੰਸੂ ਕਰਕੇ ਲੋਕ ਬੁਲਾਉਂਦੇ ਨੇ, ਓਏ ਹੰਸੂ, ਓਏ ਓਏ। ਮਹਾਰਾਜ ਜੀ ਨਾ ਪਿੰਡ ਵਿੱਚ ਸਤਿਕਾਰ, ਪਿੰਡ ਦੀ ਤਾਂ ਗੱਲ ਛੱਡੋ, ਘਰ ਵਿੱਚ ਵੀ ਚਾਹ ਨਹੀਂ ਮਿਲਦੀ। ਘਰ ਵਾਲੀ ਕਹਿੰਦੀ ਕੁਛ ਹੋਰ ਕਰ ਲਾ, ਪਰ ਮਹਾਰਾਜ ਜੀ ਮੈਨੂੰ ਤਾਂ ਕਵਿਤਾ ਨਾਲ ਹੀ ਪ੍ਰੇਮ ਆ। ਮਹਾਰਾਜ ਜੀ ਕਹਿੰਦੇ ਬੜੇ ਸਤਿਕਾਰ ਨਾਲ, ਕਵੀ ਹੰਸ ਰਾਮ ਜੀ, ਦੇਖੋ ਗੁਰੂ ਮਹਾਰਾਜ ਕਿੱਦਾਂ ਦਰਜਾ ਦਿੰਦੇ ਨੇ, ਕਵੀ ਹੰਸ ਰਾਮ ਜੀ ਤੁਸੀਂ ਆਪਣੀ ਕਵਿਤਾ ਸੁਣਾਓ। ਤੋ ਕਵੀ ਹੰਸ ਰਾਮ ਨੇ ਇਹੋ ਜਿਹੀ ਹਿਰਦੇ ਤੋਂ ਭਿੱਜ ਕੇ ਪਰਮਾਤਮਾ ਦੇ ਪ੍ਰੇਮ ਦੀ ਉਹ ਕਵਿਤਾ ਸੁਣਾਈ। ਗੁਰੂ ਮਹਾਰਾਜ ਦੀ ਅੱਖਾਂ 'ਚ ਹੰਝੂ, ਨੇਤਰਾਂ 'ਚੋਂ ਜਲ ਬਰਸੇ। ਕਵੀ ਜੀ ਜਦੋਂ ਸੁਣਾ ਕੇ ਸ਼ਾਂਤ ਹੋਏ, ਮਹਾਰਾਜ ਨੇ ਫਿਰ ਖਜ਼ਾਨਚੀ ਸਿੱਖ ਨੂੰ ਬੁਲਾਇਆ। ਮਹਾਰਾਜ ਨੇ ਕਿਹਾ ਭਾਈ ਖਜ਼ਾਨੇ ਵਿੱਚ ਕਿੰਨੇ ਪੈਸੇ ਨੇ। ਉਹਨੇ ਦੱਸਿਆ ਮਹਾਰਾਜ ਜੀ ਖਜ਼ਾਨੇ ਵਿੱਚ 18,000 ਰਜਤ, ਸਾਰਾ ਜੋ ਵੀ ਦੱਸ ਦਿੱਤਾ। ਮਹਾਰਾਜ ਨੇ ਕਿਹਾ ਸਾਰਾ ਖਜ਼ਾਨਾ ਲੈ ਆਓ ਤੇ ਕਵੀ ਹੰਸ ਰਾਮ ਨੂੰ ਦਿੱਤਾ ਜਾਵੇਗਾ। ਹੰਸ ਰਾਮ ਨੂੰ ਲੱਗਿਆ ਵੀ ਮਹਾਰਾਜ ਜੀ ਮੇਰਾ ਮਜ਼ਾਕ ਕਰ ਰਹੇ ਨੇ, ਦੁਨੀਆ ਮਜ਼ਾਕਾਂ ਕਰਦੀ ਸੀ, ਮੇਰੀ ਕਵਿਤਾ ਪਸੰਦ ਨਹੀਂ ਆਈ ਹੋਣੀ, ਤਾਂ ਜਿਵੇਂ ਕਿਸੇ ਦਾ ਮਜ਼ਾਕ ਉਡਾਈਦਾ ਨੇ, ਇਹਨੂੰ ਆਹ ਦੇ ਦਿਓ, ਇੱਦਾਂ ਕਹਿ ਰਹੇ ਨੇ। ਕਿਹਾ ਮਹਾਰਾਜ ਜੀ ਦੁਨੀਆ ਤਾਂ ਮਜ਼ਾਕਾਂ ਕਰਦੀ ਸੀ, ਤੁਸੀਂ ਵੀ ਮੇਰੇ ਨਾਲ ਮਜ਼ਾਕ ਕਰਨ ਲੱਗ ਗਏ।
ਮਹਾਰਾਜ ਕਹਿੰਦੇ ਨਹੀਂ ਕਵੀ ਹੰਸ ਰਾਮ ਜੀ, ਇਹ ਮਜ਼ਾਕ ਨਹੀਂ, ਤੁਸੀਂ ਦਿਲ ਤੋਂ ਪਰਮਾਤਮਾ ਦੀ ਮਹਿਮਾ ਕੀਤੀ ਹੈ, ਔਰ ਜਿਹਦੇ ਹਿਰਦੇ ਵਿੱਚ ਮਹਿਮਾ ਹੋਵੇ ਪਰਮਾਤਮਾ ਦੀ ਇੰਨੀ, ਉਹਦੇ ਲਈ ਸਾਰਾ ਹੀ ਖਜ਼ਾਨਾ ਫਿਰ ਦੇਣਾ ਪੈਂਦਾ। ਮਹਾਰਾਜ ਜੀ ਕਹਿੰਦੇ, ਮਹਾਰਾਜ ਨੇ ਕਿਹਾ ਤੁਸੀਂ ਕਹਿੰਦੇ ਹੋ, ਮਹਾਰਾਜ ਤੁਸੀਂ ਕਰਕੇ ਬੁਲਾਉਣ ਲੱਗੇ ਕਵੀ ਹੰਸ ਰਾਮ ਜੀ ਨੂੰ, ਤੁਸੀਂ ਕਹਿੰਦੇ ਹੋ ਕਿ ਤੁਹਾਡਾ ਪਿੰਡ ਵਿੱਚ ਸਤਿਕਾਰ ਨਹੀਂ, ਘਰ ਦੀ ਵਾਲੀ ਚਾਹ ਵੀ ਨਹੀਂ ਦਿੰਦੀ ਹੈ, ਹੰਸੂ ਹੰਸੂ ਓਏ ਹੰਸੂ ਕਰਕੇ ਲੋਕ ਬੁਲਾਉਂਦੇ ਨੇ। ਮਹਾਰਾਜ ਨੇ ਸਿੱਖਾਂ ਨੂੰ ਬੁਲਾਇਆ ਆਪਣਾ। ਮਹਾਰਾਜ ਨੇ ਇੱਕ ਹਾਥੀ, ਜਿਹੜਾ ਗਵਾਲੀਅਰ ਦੀ ਸੰਗਤ ਨੇ ਪ੍ਰੇਮ ਨਾਲ ਭੇਟਾ ਕੀਤਾ ਸੀ, ਉਹ ਹਾਥੀ 11 ਸਿੱਖ ਨਾਲ ਨਗਾਰਾ ਔਰ ਪਾਲਕੀ ਸਜਾ ਕੇ ਹਾਥੀ ਦੇ ਉੱਤੇ ਹੰਸ ਰਾਮ ਜੀ ਨੂੰ ਵਿੱਚ ਸਜਾਇਆ। ਮਹਾਰਾਜ ਨੇ ਖੁਦ ਕਹਿੰਦਾ ਨਗਾਰੇ ਵਜਾਉਂਦਿਆਂ ਸਾਰਾ ਖਜ਼ਾਨਾ, 11 ਘੋੜਿਆਂ ਦੇ ਉੱਤੇ ਖਜ਼ਾਨਾ ਲੱਦਿਆ ਹੋਇਆ ਮਹਾਰਾਜ ਦਾ ਸਾਰਾ ਹੀ। ਮਹਾਰਾਜ ਜੀ ਕਹਿੰਦੇ ਇਹਦੇ ਪਿੰਡ ਛੱਡ ਕੇ ਆਓ ਤਾਂ ਲੋਕਾਂ ਨੂੰ ਪਤਾ ਲੱਗੇ ਵੀ ਹੰਸ ਰਾਮ ਜੀ ਆ ਰਹੇ ਨੇ। ਇਹ ਕਹਿੰਦਾ ਸੀ ਸਤਿਕਾਰਨੀਆ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਮਹਿਮਾ ਅਗਾਧ ਬੋਧ, ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਸੋਈ ਸੋਈ ਉੱਤੋਂ ਵੀ ਉੱਤੇ ਦੇਣ ਵਾਲੇ ਨੇ ਮਹਾਰਾਜ ਜੀ। ਉਹ ਤਾਂ ਮੜ ਜੀ ਆਪਣੀ ਗਰੀਬੀ ਦੀ ਗੱਲ ਕਰਨ ਆਇਆ ਸੀ, ਮਹਾਰਾਜ ਜੀ ਤਾਂ ਰਾਜਿਆਂ ਵਰਗਾ ਜੀਵਨ ਦੇ ਕੇ ਭੇਜ ਦਿੱਤਾ। ਸੋ ਹੁਣ ਇਹ ਜਾ ਰਹੇ ਨੇ ਕਵੀ ਹੰਸ ਰਾਮ ਜੀ, ਹਾਥੀ ਦੇ ਉੱਤੇ ਸਵਾਰ, ਪਾਲਕੀ ਦੇ ਵਿੱਚ ਸ਼ਾਹੀ ਬਸਤਰ ਮਹਾਰਾਜ ਨੇ ਆਪਣੇ ਪਹਿਨਾਏ ਹੈ। 11 ਸਿੱਖ ਆਸ ਪਾਸ ਘੋੜਿਆਂ ਦੇ ਉੱਤੇ ਖਜ਼ਾਨੇ ਲੱਦੀ ਲੈ ਕੇ ਜਾ ਰਹੇ, ਨਗਾਰਾ ਵੱਜਦਾ ਚੱਲਿਆ ਜਾ ਰਿਹਾ ਹੈ। ਜਦੋਂ ਉਸ ਰਿਆਸਤ ਦੇ ਵਿੱਚ ਪਹੁੰਚੇ ਨੇ ਇਹ ਕਵੀ ਹੰਸ ਰਾਮ ਜੀ, ਤੇ ਉਹ ਉੱਥੇ ਦਾ ਜਿਹੜਾ ਰਾਜਾ ਸੀਗਾ, ਉਹਨੂੰ ਸੁਨੇਹਾ ਦਿੱਤਾ ਵੀ ਸ਼ਾਇਦ ਕੋਈ ਰਾਜਾ ਆ ਰਿਹਾ ਠਾਠ ਬਾਠ ਤੇ ਉਹਦੇ ਬੰਦਿਆਂ ਨੇ। ਉਹ ਅੱਗੇ ਚੱਲ ਕੇ ਆ ਗਿਆ ਸਤਿਕਾਰ ਕਰਨ ਦੇ ਲਈ ਵੀ ਮੇਰੀ ਰਿਆਸਤ ਵਿੱਚ ਕੋਈ ਰਾਜਾ ਆਇਆ। ਉਹਨੇ ਵੀ ਆਪਣਾ ਜਾ ਕੇ ਹੱਥ ਜੋੜ ਕੇ ਕਹਿੰਦਾ ਜੀ ਤੁਸੀਂ ਕਿਹੜੀ ਰਿਆਸਤ ਦੇ ਰਾਜੇ ਹੋ? ਉਹ ਕਟੋਚੀਆ ਰਾਜਾ ਇਹਨਾਂ ਨੂੰ ਕਹਿੰਦਾ ਕਵੀ ਹੰਸ ਰਾਮ ਨੂੰ। ਉਹ ਕਹਿੰਦੇ ਮੈਂ ਕਿਸੇ ਰਿਆਸਤ ਦਾ ਰਾਜਾ ਨਹੀਂ। ਉਹ ਕਹਿੰਦੇ ਰਾਜਾ ਨਹੀਂ ਤੂੰ ਕਿਸੇ ਰਿਆਸਤ ਦਾ, ਫਿਰ ਹਾਥੀ ਤੇ ਸਵਾਰ, ਪਾਲਕੀ ਤੇ ਨਗਾਰੇ ਵੱਜ ਰਹੇ, ਆ 11 ਘੋੜਿਆਂ ਤੇ ਸਿੱਖ ਤੇਰੇ ਨਾਲ ਖਜ਼ਾਨਾ ਲੱਦੀ ਲੈ ਕੇ ਜਾ ਰਹੇ ਨੇ, ਇਹ ਕਿਵੇਂ? ਉਹਨੇ ਕਿਹਾ ਮੈਂ ਕੋਈ ਰਾਜਾ ਨਹੀਂ ਆ, ਮੈਂ ਤਾਂ ਸਿਰਫ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਮੰਗਤਾ ਹੰਸ ਰਾਮ ਜੀ ਚੱਲੇ ਜਾ ਰਹੇ ਨੇ, ਮੈਂ ਤਾਂ ਮੰਗਤਾ ਆ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦਾ। ਫਿਰ ਉਹਨੂੰ ਸਾਰੀ ਗੱਲ ਦੱਸੀ। ਉਹ ਕਟੋਚੀਆ ਕਹਿੰਦਾ ਜੇ ਮੰਗਤਿਆਂ ਨੂੰ ਗੁਰੂ ਗੋਬਿੰਦ ਸਿੰਘ ਐਡਾ ਨਿਵਾਜ ਦਿੰਦਾ ਤਾਂ ਗੁਰੂ ਗੋਬਿੰਦ ਸਿੰਘ ਨਾਲ ਦੋਸਤੀ ਕਰੋ ਤਾਂ ਫਿਰ ਗੁਰੂ ਮਹਾਰਾਜ ਕੀ ਕਰ ਦੇਣਗੇ। ਸੋ ਇਹ ਗੁਰੂ ਗੋਬਿੰਦ ਸਿੰਘ ਜੀ ਇਵੇਂ ਨਿਵਾਜਦੇ ਨੇ ਸੰਗਤ। ਬਹੁਤ ਵੱਡਾ ਦਰ ਹੈ, ਬਹੁਤ ਵੱਡਾ ਦਰ ਹੈ। ਆਪਾਂ ਸੋਚ ਵੀ ਨਹੀਂ ਸਕਦੇ ਕਿਵੇਂ ਨਿਵਾਜਦੇ ਨੇ ਗੁਰੂ ਸਾਹਿਬ ਜੀ। ਬਸ ਕੋਈ ਦਿਲ ਤੋਂ ਪਹੁੰਚੇ ਮਹਾਰਾਜ ਦੇ ਚਰਨਾਂ ਵਿੱਚ, ਸ਼ਰਨ ਵਿੱਚ ਪਹੁੰਚੇ ਸਹੀ, ਲੋਕ ਤੇ ਪਰਲੋਕ ਦੇ ਸੁੱਖ ਦਿੰਦੇ ਨੇ ਗੁਰੂ ਮਹਾਰਾਜ ਜੀ ਸੰਗਤ ਜੀ। ਤੇ ਇਵੇਂ ਗੁਰੂ ਦਰਬਾਰ ਵਿੱਚ ਕਵੀ ਅੰਮ੍ਰਿਤ ਵੀ ਆਇਆ ਸੀ, ਉਹਨੂੰ ਵੀ ਮਹਾਰਾਜ ਨੇ ਬਹੁਤ ਨਵਾਜਿਆ। ਇੱਕ ਆਇਆ ਸੀ ਕਵੀ ਚੰਦਨ, ਤੇ ਕਵੀ ਚੰਦਨ ਕਈ ਵਿਦਵਾਨਾਂ ਨੂੰ ਆਪਣੀ ਕਲਾ ਦਾ ਹੰਕਾਰ ਵੀ ਹੋ ਜਾਂਦਾ। ਕਵੀ ਚੰਦਨ ਨੇ ਕਵਿਤਾ ਲਿਖ ਕੇ ਲੈ ਕੇ ਆਇਆ ਸਵਈਏ ਦੇ ਰੂਪ ਦੇ ਵਿੱਚ, ਆ ਕੇ ਗੁਰੂ ਦਰਬਾਰ ਵਿੱਚ ਕਹਿੰਦਾ ਵੀ ਗੁਰੂ ਮਹਾਰਾਜ ਜੀ, ਜਿਹੜੀ ਮੈਂ ਕਵਿਤਾ ਲੈ ਕੇ ਆਇਆ ਨਾ ਸਵਈਆ ਲਿਖ ਕੇ, ਇਹਦਾ ਤੁਹਾਡਾ ਜਿੰਨੇ ਵੀ ਵਿਦਵਾਨ ਨੇ ਕੋਈ ਵੀ ਨਹੀਂ ਇਹਦਾ ਅਰਥ ਕਰ ਸਕਦਾ। ਜੇ ਕਹਿੰਦਾ ਕੋਈ ਅਰਥ ਕਰ ਦਵੇ ਮੈਂ ਮੰਨ ਜਾਵਾਂ। ਇੱਥੋਂ ਤੱਕ ਵੀ ਕਹਿਤਾ ਮਹਾਰਾਜ ਜੀ ਤੁਸੀਂ ਵੀ ਨਹੀਂ ਉਹਦੇ ਅਰਥ ਕਰ ਪਾਓਗੇ, ਇੰਨੀ ਮੈਂ ਡੂੰਘਾ ਸਵਈਆ ਲਿਖ ਕੇ ਲੈ ਕੇ ਆਇਆ। ਸੋ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਕੱਲ ਨੂੰ ਵਿਦਵਾਨ ਬੁਲਾਏ। ਮਹਾਰਾਜ ਨੇ ਕਿਹਾ ਕੱਲ ਨੂੰ ਆ ਜਾਈ ਤੂੰ। ਸਾਰੇ ਵਿਦਵਾਨ ਬੈਠੇ ਨੇ ਤੇ ਮਹਾਰਾਜ ਨੇ ਉਹ ਕਵੀ ਪਹੁੰਚਿਆ, ਕਵੀ ਚੰਦਨ। ਮਹਾਰਾਜ ਨੇ ਕਿਹਾ ਸੁਣਾ ਬਈ ਆਪਣੀ ਕਵਿਤਾ। ਸੋ ਨਹੀਂ, ਹੱਲੇ ਨਹੀਂ ਕਿਹਾ ਸੁਣਾ। ਮਹਾਰਾਜ ਨੇ ਕਿਹਾ ਇਹ ਵਿਦਵਾਨਾਂ ਦੀ ਗੱਲ ਛੱਡੋ। ਉਹ ਫਿਰ ਕਹਿੰਦਾ ਮਹਾਰਾਜ ਜੀ ਕੋਈ ਵਿਦਵਾਨ ਇਹਦੇ ਅਰਥ ਕਰ ਪਾਓਗੇ, ਮੈਂ ਇੰਨੀ ਗਹਿਰਾਈ ਨਾਲ ਇਹ ਲਿਖ ਕੇ ਲੈ ਕੇ ਆਇਆ। ਮਹਾਰਾਜ ਨੇ ਕਿਹਾ ਇਹਨਾਂ ਵਿਦਵਾਨਾਂ ਦੀ ਗੱਲ ਛੱਡੋ। ਜਿਹੜਾ ਸਿੱਖ ਪਹਿਰੇਦਾਰ ਤੇ ਖੜਾ ਸੀ ਨਾ, ਉਹਨੂੰ ਕਿਹਾ ਵੀ ਜਿਹੜਾ ਵਿਦਵਾਨਾਂ ਦੇ ਜਿਹੜਾ ਘੋੜਿਆਂ ਦੇ ਲਈ ਘਾਹ ਲੈ ਕੇ ਆਂਦਾ, ਤੂੰ ਕਾਹੀ ਸਿੱਖ ਧੰਨਾ ਸਿੰਘ ਨੂੰ ਬੁਲਾ ਕੇ ਲੈ ਕੇ ਆ। ਇਹ ਕਵੀ ਚੰਦਨ ਹੱਸ ਰਿਹਾ ਆਪਣੇ ਮਨ ਵਿੱਚ ਵੀ ਉਹਨੂੰ ਬੁਲਾਇਆ ਜਾ ਰਿਹਾ। ਮਹਾਰਾਜ ਨੇ ਕਿਹਾ ਸਾਡਾ ਕਾਹੀ ਸਿੱਖ ਹੀ ਕਰੂਗਾ ਇਹਦੇ ਅਰਥ, ਵਿਦਵਾਨਾਂ ਦੀ ਗੱਲ ਛੱਡੋ ਤੁਸੀਂ। ਸੋ ਕਾਹੀ ਸਿੱਖ ਭਾਈ ਧੰਨਾ ਸਿੰਘ ਜੀ ਨੂੰ ਉੱਥੇ ਸੁਨੇਹਾ ਪਹੁੰਚਿਆ, ਉਹ ਹੱਥ ਧੋ ਕੇ ਪਹੁੰਚ ਗਏ ਗੁਰੂ ਦਰਬਾਰ ਦੇ ਵਿੱਚ, ਆ ਕੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ। ਮਹਾਰਾਜ ਨੇ ਕਿਹਾ ਭਾਈ ਆ ਕਵੀ ਚੰਦਨ ਕਹਿੰਦਾ ਵੀ ਮੇਰੇ ਵਿਦਵਾਨ ਨਹੀਂ ਅਰਥ ਕਰ ਸਕਦੇ ਜੋ ਮੈਂ ਸਵਈਆ ਲਿਖ ਕੇ ਲੈ ਕੇ ਆਇਆ, ਕਵਿਤਾ ਲਿਖ ਕੇ ਆਇਆ, ਵੀ ਭਾਈ ਧੰਨਾ ਸਿੰਘ ਜੀ ਤੁਸੀਂ ਕਰੋ ਇਹਦੇ ਅਰਥ। ਭਾਈ ਧੰਨਾ ਸਿੰਘ ਜੀ ਨੇ ਮਨ ਹੀ ਮਨ ਬੇਨਤੀ ਕੀਤੀ, ਮਹਾਰਾਜ ਜੀ ਅਰਥ ਤਾਂ ਤੁਸੀਂ ਕਰਵਾਣੇ ਨੇ, ਮੈਂ ਤਾਂ ਘਾਹ ਖੋਦਣ ਵਾਲਾ। ਲੇਕਿਨ ਉਹ ਜਦੋਂ ਵਿਦਵਾਨ ਚਰਚਾ ਕਰਿਆ ਕਰਦੇ ਸਨ ਨਾ, ਇਹ ਗੁਰੂ ਮਹਾਰਾਜ ਜਿਹੜੇ ਘੋੜਿਆਂ ਲਈ ਘਾਹ ਖੋਦਦੇ ਸਨ, ਉਹਨਾਂ ਦਾ ਵੀ ਇੱਕ ਲੈਵਲ ਸੀ
ਤਾਂ ਉਹ ਕਵੀ ਚੰਦਰ ਨੇ ਆਪਣੀ ਕਵਿਤਾ ਸੁਣਾਉਣੀ ਸ਼ੁਰੂ ਕੀਤੀ। ਸੋ ਕੀ ਕਵਿਤਾ ਸੁਣਾਈ? ਉਹਨੇ ਕਿਹਾ, ਨਵਸਾਤ ਧੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪਿਆਏ। ਮਤਲਬ ਨਵਸਾਤ, ਨਵਸਾਤ ਦੇ ਅਲੱਗ-ਅਲੱਗ ਅਰਥ ਕਰਨੇ ਨੇ। ਨਵਸਾਤ ਧੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪਿਆਏ, ਨਵਸਾਤ ਰਚੇ, ਨਵਸਾਤ ਸਜੇ, ਨਵਸਾਤ ਪयान महदायक पाए, जीत किला नवसातन की, नवसातन के मुख अंचर छाए, मानो मेघ के कुंडल कब चंदन, ਚੰਦ ਕਨੇ ਬਰਛਾਏ। ਸੀ ਨਵਸਾਤ ਕਰਕੇ ਜਿਹੜਾ ਨਾਲ ਅੱਗੇ ਗੱਲ ਲਿਖੀ ਆ ਉਹਦੇ ਅਲੱਗ-ਅਲੱਗ ਭੇਦ ਖੋਲਣੇ ਨੇ। ਤਾਂ ਉਹ ਪੂਰਾ ਇੱਕ ਸਟੋਰੀ ਵੀ ਬਣਨੀ ਚਾਹੀਦੀ, ਇਵੇਂ ਸਵਈਆ ਉਹਨੇ ਪਾਇਆ। ਅੱਗਿਓਂ ਭਾਈ ਧੰਨਾ ਸਿੰਘ ਜੀ, ਉਹ ਕਹਿੰਦੇ ਨੇ, ਆਹ ਕੀ ਕਵਿਤਾ? ਉਹਨੂੰ ਕਵੀ ਚੰਦਰ ਨੂੰ, ਆਹ ਕੀ ਕਵਿਤਾ? ਇਹਦੇ ਵਿੱਚ ਨਾ ਕੋਈ ਵਿਦਵਤਾ, ਨਾ ਕੋਈ ਸਿੱਖਿਆ, ਨਾ ਕੋਈ ਰੂਹਾਨੀਅਤ। ਇਹ ਕੋਈ ਕਵਿਤਾ ਆ? ਅੱਗੋਂ ਕਵੀ ਚੰਦਨ ਕਹਿੰਦਾ ਤੂੰ ਅਰਥ ਕਰ। ਤੇ ਭਾਈ ਧੰਨਾ ਸਿੰਘ ਜੀ ਕਹਿੰਦੇ ਨੇ ਵੀ ਇਹ ਤਾਂ ਸਾਰਾ 9 ਤੇ 7 16 ਦੀ ਕਹਾਣੀ ਹੈ। ਕੀ ਇਹ ਕਵਿਤਾ ਆ? ਨਵਸਾਤ ਧੀਏ, ਧੀਏ ਮਤਲਬ ਇਸਤਰੀ, 16 ਸਾਲਾਂ ਦੀ ਇਸਤਰੀ। ਨਵਸਾਤ ਕੀਏ, ਉਹਨੇ 16 ਸ਼ਿੰਗਾਰ ਕੀਤੇ ਨੇ। ਨਵਸਾਤ ਪੀਏ, ਉਹਦਾ 16 ਸਾਲਾਂ ਦਾ ਪਤੀ। ਨਵਸਾਤ ਪਿਆਏ, ਉਹਦਾ ਪਤੀ ਜਿਹੜਾ ਆ ਗਿਆ 16 ਸਾਲਾਂ ਦਾ। ਨਵਸਾਤ ਰਚੇ, ਉਹਨੇ ਫਿਰ ਕੀ ਕੀਤਾ? ਨਵਸਾਤ ਰਚੇ, ਨਵਸਾਤ ਸਾਜੇ, ਨਵਸਾਤ ਪਾਇਆ ਮੈਂ ਦਾਕ ਪਾਏ। ਉਹਨੇ ਫਿਰ ਉਹ 16 ਸਾਲਾਂ ਦੀ ਔਰਤ ਨੇ ਜਿਹੜਾ ਹੈ ਚੌਪੜ ਵਿਛਾਇਆ, ਜਿਹਦੀਆਂ ਕਿ 16 ਹੀ ਦਾਸ ਹਨ ਉਸ ਖੇਡ ਦੀਆਂ। ਤਾਂ ਉਹਦੇ ਜਿਹੜਾ 16 ਸਾਲਾਂ ਬਾਅਦ ਉਹਦਾ ਜਿਹੜਾ ਪਤੀ ਆਇਆ, ਉਹਨੇ ਫਿਰ ਕੀ ਕੀਤਾ? ਇਹ ਬਾਜੀਆਂ ਖੇਡੀਆਂ ਔਰ 16 ਹੀ ਕਲਾਂ ਉਹ ਜਿੱਤ ਗਿਆ। ਜਦੋਂ 16 ਦਾ ਲਾ ਕੇ 16 ਬਾਜੀਆਂ ਉਹ ਜਿੱਤ ਗਿਆ, ਤਾਂ ਫਿਰ ਇਹ ਜਿਹੜੀ ਸੀ ਉਹਦੀ ਜਿਹੜੀ ਇਸਤਰੀ ਸੀ 16 ਸਾਲਾਂ ਦੀ, ਮਾਨੋ ਮੇਘ ਕੇ ਕੁੰਡਲ ਕਬ ਚੰਦਨ, ਚੰਦ ਕਨੇ ਬਸਾਏ। ਇਹ ਕਵੀ ਚੰਦਨ ਕਹਿੰਦਾ ਵੀ ਉਹ ਫਿਰ ਮਾਨੋ ਉਹਨੇ ਆਪਣਾ ਮੁੱਖ ਏਦਾਂ ਸ਼ਰਮ ਵਿੱਚ ਲੁਕਾ ਲਿਆ, ਜਿਵੇਂ ਚੰਦਰਮਾ 16 ਕਲਾ ਜਿਹੜਾ ਸੰਪੂਰਨ ਹੁੰਦਾ ਨਾ, ਬੱਦਲਾਂ ਦੇ ਪਿੱਛੇ ਛਿਪ ਜਾਂਦਾ। ਗੁਰੂ ਮਹਾਰਾਜ ਦੇ ਵਿਦਵਾਨਾਂ ਦਾ ਤਾਂ ਬਹੁਤ ਉੱਚਾ ਲੈਵਲ ਸੀ। ਉਹਨੇ ਕਿਹਾ, ਆਹ ਕੀ? ਨਾ ਇਹਦੇ ਚ ਕੋਈ ਸਾਹਿਤ ਆ, ਨਾ ਇਹਦੇ ਚ ਕੋਈ ਸਿੱਖਿਆ ਆ, ਨਾ ਇਹਦੇ ਚ ਕੋਈ ਰੂਹਾਨੀਅਤ ਆ। ਤੇ ਉਹ ਕਵੀ ਚੰਦਨ ਹੈਰਾਨ ਰਹਿ ਗਿਆ ਕਿ ਘਾਹ ਖੋਦਣ ਵਾਲਾ, ਤੇ ਉਹਨੇ ਐਡੇ ਗਹਿਰੇ ਅਰਥ ਕਰ ਦਿੱਤੇ। ਮੈਂ ਤਾਂ ਕਿਹਾ ਸੀ ਕੋਈ ਵਿਦਵਾਨ ਵੀ ਨਹੀਂ ਕਰ ਪਾਊਗਾ। ਤੇ ਮਹਾਰਾਜ ਜੀ ਨੇ ਫਿਰ ਕਿਹਾ, ਕਵੀ ਚੰਦਨ, ਹੁਣ ਇਹ ਧੰਨਾ ਸਿੰਘ ਬੋਲੇਗਾ, ਹੁਣ ਤੂੰ ਉਹਦੇ ਅਰਥ ਕਰ। ਭਾਈ ਧੰਨਾ ਸਿੰਘ ਨੇ ਫਿਰ ਮਨ ਹੀ ਮਨ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਉਚਾਰਨਾ। ਤੋ ਕਵੀ ਚੰਦਨ ਤਾਂ ਪਹਿਲਾਂ ਹੀ ਹੱਕਾ ਬੱਕਾ ਰਹਿ ਗਿਆ ਸੀ। ਤਾਂ ਹੁਣ ਭਾਈ ਧੰਨਾ ਸਿੰਘ ਜੀ ਨੇ ਕਿਹਾ, ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ ਮਰੇ ਪਰ ਪਾਵਕ ਪਾਏ। ਇਹ ਬੜਾ ਉਹਨੇ ਪੂਰਾ ਸਵਈਆ 5-6 ਲਾਈਨਾਂ ਵਿੱਚ ਇਵੇਂ ਲਿਖਿਆ, ਇੱਕ ਦੇ ਆਪੀ ਕਰਦੇ ਆ। ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ ਮਰੇ ਪਰ ਪਾਵਕ ਪਾਏ। ਉਹ ਕਹਿੰਦੇ ਨੇ ਜਿਹੜੀ ਮੱਛਲੀ ਆ, ਇਹ ਪਾਣੀ ਨੂੰ ਛੂਏ ਤਾਂ ਮਰ ਜਾਂਦੀ ਆ, ਜੇ ਸੇਕ ਲੱਗੇ ਤਾਂ ਕਦੀ ਨਹੀਂ ਮਰਦੀ। ਕਵੀ ਚੰਦਨ ਕਹਿੰਦਾ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਤਾਂ ਉਲਟੀ ਖੇਡ ਆ। ਵੀ ਮੱਛੀ ਪਾਣੀ 'ਚ ਤਾਂ ਜਿੰਦੀ ਰਹਿੰਦੀ ਆ, ਵੀ ਤੂੰ ਕਹਿੰਦਾ ਵੀ ਪਾਣੀ 'ਚ ਮਰ ਜਾਊਗੀ, ਔਰ ਜੇ ਉਹਨੂੰ ਸੇਕ ਲਾਓ ਤਾਂ ਫਿਰ ਨਹੀਂ ਮਰਦੀ, ਉਹ ਫਿਰ ਜਿੰਦੀ ਰਹਿੰਦੀ ਆ। ਉਹ ਕਹਿੰਦਾ, ਮਹਾਰਾਜ ਜੀ ਇਹ ਤਾਂ ਏਦਾਂ ਹੋ ਹੀ ਨਹੀਂ ਸਕਦਾ। ਮਹਾਰਾਜ ਜੀ ਮੁਸਕਰਾ ਰਹੇ ਨੇ। ਔਰ ਭਾਈ ਧੰਨਾ ਸਿੰਘ ਸਿੱਖ, ਉਹ ਕਹਿੰਦਾ ਵੀ ਲੈ, ਉਹ ਕਵੀ ਚੰਦਨ ਤੂੰ ਕਹਿੰਦਾ ਮੈਂ ਐਡਾ ਵੱਡਾ ਵਿਦਵਾਨ ਆ, ਤੈਨੂੰ ਵਿਸ਼ਰਾਮ ਦਾ ਨਹੀਂ ਪਤਾ? ਬਸ ਵਿਸ਼ਰਾਮ ਇਹ ਬਦਲਣਾ, ਕਹਾਣੀ ਬਦਲ ਜਾਣੀ ਆ। ਫਿਰ ਭਾਈ ਸਾਹਿਬ ਜੀ ਨੇ ਵਿਸ਼ਰਾਮ ਬਦਲਿਆ। ਉਹਨਾਂ ਨੇ ਕਿਹਾ, ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਇੱਥੇ ਵਿਸ਼ਰਾਮ ਲਾਣਾ ਆ ਕੇ, ਵੀ ਜਿਹੜੀ ਮਛਲੀ ਆ ਉਹ ਪਾਣੀ ਵਿੱਚ ਕਦੀ ਨਹੀਂ ਮਰਦੀ। ਮਰੇ ਪਰ ਪਾਵਕ ਪਾਏ, ਜਦੋਂ ਉਹਨੂੰ ਸੇਕ 'ਚ ਰੱਖ ਦਿਓ ਫਿਰ ਉਹ ਮਰਦੀ ਆ। ਸੋ ਉਹ ਇੱਦਾਂ 7-8 ਜਿਹੜਾ ਉਹਨਾਂ ਨੇ ਇੱਦਾਂ ਲਿਖੇ ਬੋਲੇ ਸਨ। ਸੋ ਇਹ ਕਵੀ ਚੰਦਨ ਜਿਹੜਾ ਹੈਰਾਨ ਰਹਿ ਗਿਆ, ਔਰ ਇਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੀਸ ਨਿਵਾਲਤਾ। ਮਹਾਰਾਜ ਜੀ ਮੈਂ ਤਾਂ ਬਹੁਤ ਵੱਡੇ ਹੰਕਾਰ ਵਿੱਚ ਸੀ, ਤੁਹਾਡਾ ਤਾਂ ਘਾਹ ਖੋਦਣ ਵਾਲਾ ਐਡਾ ਵੱਡਾ ਵਿਦਵਾਨ ਹੈ ਮਹਾਰਾਜ ਜੀ, ਫਿਰ ਇਹਨਾਂ ਵਿਦਵਾਨਾਂ ਦੇ ਤਾਂ ਕਹਿਣਾ ਹੀ ਕੀ। ਤੋ ਸੰਗਤ ਜੀ, ਗੁਰੂ ਮਹਾਰਾਜ ਜੀ ਜਿਸ ਦੇ ਉੱਤੇ ਦ੍ਰਿਸ਼ਟੀ ਪਾ ਦੇਣ, ਨੀਚੋ ਊਚ ਕਰੇ ਮੇਰਾ ਗੋਬਿੰਦ, ਕਹੂੰ ਸੇ ਨਾ ਡਰੇ। ਸੋ ਅਨਪੜ੍ਹ ਨੂੰ ਵਿਦਵਾਨ ਬਣਾ ਕੇ ਰੱਖ ਸਕਦੇ ਨੇ, ਗਰੀਬਾਂ ਨੂੰ ਰਾਜੇ ਬਣਾ ਕੇ ਰੱਖ ਸਕਦੇ ਨੇ। ਮਹਿਮਾ ਗੁਰੂ ਦੀ ਜਿਹੜੀ ਅਗਾਧ ਬੋਧ ਹੈ ਸੰਗਤ ਜੀ, ਅਗਾਧ ਬੋਧ। ਬਸ ਇਹ ਹੈ, ਜੋ ਗੁਰੂ ਮਹਾਰਾਜ ਨੇ ਸਾਨੂੰ ਸਿਧਾਂਤ ਦਿੱਤੇ ਨੇ ਉਹਨਾਂ ਦੇ ਨਾਲ ਅਸੀਂ ਜੁੜੀਏ। ਇੱਕ ਅਕਾਲ ਪੁਰਖ ਦੀ ਆਰਾਧਨਾ ਕਰਨ ਦਾ ਮਹਾਰਾਜ ਨੇ ਸਾਨੂੰ ਸਿਧਾਂਤ ਦਿੱਤਾ।
ਇੱਕ ਅਕਾਲ ਪੁਰਖ ਦੇ ਨਾਲ ਜੁੜੀਏ, ਸੱਚਾ ਜੀਵਨ, ਖਾਲਸਾਈ ਜੀਵਨ ਜੀਣ ਨੂੰ ਮਹਾਰਾਜ ਪਵਿੱਤਰ ਪਿਓਰ ਸ਼ੁੱਧ ਜੀਵਨ ਜੀਣ ਨੂੰ ਕਿਹਾ। ਉੱਦਾਂ ਦਾ ਅਸੀਂ ਜੀਵਨ ਜੀਏ ਤੇ ਸਾਰੀਆਂ ਨਿਯਮਤਾਂ ਜਿਹੜੀਆਂ ਗੁਰੂ ਮਹਾਰਾਜ ਦੀਆਂ ਸਿੱਖਾਂ ਦੀਆਂ ਝੋਲੀਆਂ ਵਿੱਚ ਨੇ। ਫਿਰ ਮਹਾਰਾਜ ਤਾਂ ਇੰਨਾ ਨਿਵਾਜਦੇ ਨੇ, ਉਹਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਤੇ ਇੱਕ ਹੋਰ ਵਿਦਵਾਨ, ਉਹਦੇ ਬੜੇ ਸੁੰਦਰ ਭਾਵ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੈ। ਤਾਂ ਉਹ ਵਿਦਵਾਨ ਨੇ ਕੀ ਕਿਹਾ ਗੁਰੂ ਮਹਾਰਾਜ ਨੂੰ? ਉਹ ਕਹਿੰਦਾ ਕਿ ਮਹਾਰਾਜ ਜੀ, ਤੁਸੀਂ ਅਗਰ ਮੈਨੂੰ ਦੇਣਾ ਆ ਨਾ, ਪਤਾ ਕੀ ਦੇ ਦਿਓ? ਇਹ ਹੁਣ ਸੁਣੀਏ ਅਸੀਂ। ਮੰਗਣ ਦੀਆਂ ਤਾਂ ਗੱਲਾਂ ਕੀਤੀਆਂ, ਉਹ ਵਿਦਵਾਨ ਕੀ ਮੰਗਦਾ ਹੈ? ਇਹ ਕਵੀ ਬਿਹਾਰੀ ਹੈ ਗੁਰੂ ਮਹਾਰਾਜ ਦਾ। ਤੋ ਲੱਖੀ ਜੰਗਲ ਦੇ ਵਿੱਚ, ਜਿੱਥੇ ਕਿ ਗੁਰੂ ਸਾਹਿਬ ਜੀ ਦਾ ਨਾ ਪਰਿਵਾਰ ਹੈ, ਨਾ ਕੋਲ 5 ਪਿਆਰੇ ਨੇ, ਨਾ ਸਾਹਿਬਜ਼ਾਦੇ ਨੇ, ਨਾ ਉਹ ਸ਼ਾਨ, ਨਾ ਠਾਠ, ਨਾ ਬਾਠ, ਤੇ ਹਾਲਾਤ ਸਾਰੇ ਦੂਸਰੇ ਨੇ ਸੰਸਾਰਿਕ ਤੌਰ ਤੇ। ਲੇਕਿਨ ਮਹਾਰਾਜ ਤਾਂ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਨੇ। ਇਹ ਕਵੀ ਬਿਹਾਰੀ ਰੋ ਰਿਹਾ ਮਹਾਰਾਜ ਦੇ ਕੋਲ। ਮਹਾਰਾਜ ਨੇ ਕਿਹਾ, ਕਵੀ ਬਿਹਾਰੀ ਤੂੰ ਰੋ ਨਾ, ਤੂੰ ਆ ਨਾ ਦੇਖ ਵੀ ਇੱਥੇ ਖਜ਼ਾਨਾ ਨਹੀਂ ਜਾਂ ਕੁਛ ਨਹੀਂ, ਇੱਦਾਂ ਨਾ ਤੂੰ ਦੇਖ, ਤੂੰ ਕਵਿਤਾ ਸੁਣਾ। ਜਿਵੇਂ ਤੈਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਦਰਬਾਰ ਦੇ ਵਿੱਚ ਤੈਨੂੰ ਝੋਲੀਆਂ ਭਰੀਆਂ ਜਾਂਦੀਆਂ ਸਨ, ਝੋਲੀਆਂ ਤੇਰੀਆਂ ਅੱਜ ਵੀ ਭਰ ਦੇਣੀਆਂ ਨੇ, ਤੂੰ ਕਵਿਤਾ ਸੁਣਾ। ਤੇ ਰੋਂਦੇ ਰੋਂਦੇ ਕਵੀ ਬਿਹਾਰੀ ਨੇ ਕਵਿਤਾ ਸੁਣਾਈ ਆਪਣੀ। ਉਹਨੇ ਆਪਣੀ ਬੇਨਤੀ ਰੂਪ ਵਿੱਚ ਕਵਿਤਾ ਸੁਣਾਈ। ਉਹਨੇ ਕਿਹਾ, ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ। ਇਹ ਮੇਰਾ ਖਿਆਲ ਸਾਡੀ ਗੱਲ ਆ ਜੋ ਕਵੀ ਨੇ ਗੱਲ ਕੀਤੀ। ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ। ਇਹਨਾਂ ਦਾਗਾਂ ਦੀ ਕੋਈ ਕੀਮਤ ਨਹੀਂ, ਮੈਂ ਕਿਉਂ ਕਰ ਅੱਛੀ ਹੋਵਾਂ। ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ, ਮੈਂ ਸੱਚੇ ਸਾਬਣ ਧੋਵਾਂ। ਕੀ ਕਹਿ ਰਹੇ ਨੇ? ਕਹਿੰਦੇ ਮੇਰਾ ਮਨ ਜਿਹੜਾ ਨਾ, ਇਹ ਚਾਦਰ ਵਰਗਾ ਮੈਲਾ ਹੋਇਆ, ਜਿਵੇਂ ਮੈਲੀ ਚਾਦਰ ਹੋਵੇ, ਇਵੇਂ ਮੇਰਾ ਮਨ ਜਿਹੜਾ ਪਾਪ ਕਰ ਕਰਕੇ ਮੈਲਾ ਹੋਇਆ ਪਿਆ। ਚਾਦਰ ਮੈਲੀ ਤੇ ਸਾਬਣ ਥੋੜਾ। ਸਾਬਣ ਬਹੁਤ ਥੋੜਾ ਆ। ਸਾਬਣ ਕਿਹੜਾ? ਬੰਦਗੀ ਦਾ, ਸ਼ੁਭ ਕਰਮਾਂ ਦਾ, ਅੱਛਾਈਆਂ ਦਾ ਸਾਬਣ ਮੇਰੇ ਕੋਲ ਥੋੜਾ ਆ। ਬੁਰਾਈਆਂ ਦੇ ਨਾਲ ਮੇਰੇ ਮਨ ਦੀ ਚਾਦਰ ਜਿਹੜੀ ਮੈਲੀ ਹੋਈ ਪਈ ਹੈ। ਕਿਹੜੀਆਂ ਬੁਰਾਈਆਂ? ਈਰਸ਼ਾ, ਦਵੇਸ਼, ਚੁਗਲੀ, ਨਿੰਦਿਆ, ਹੇਟਡ, ਕਿਸੇ ਨੂੰ ਮਤਲਬ ਮਾੜਾ ਸਮਝੀ ਜਾਣਾ, ਜੋ ਵੀ ਸਾਡੇ ਅੰਦਰ ਮੈਲਾ, ਉਹਦਾ ਉਹਨਾਂ ਨੇ ਜ਼ਿਕਰ ਕੀਤਾ। ਉਹ ਕਹਿੰਦੇ ਵੀ ਮਨ ਤਾਂ ਮੇਰਾ ਮੈਲਾ ਹੋਇਆ ਪਿਆ ਬੁਰਾਈਆਂ ਦੇ ਨਾਲ, ਤੇ ਅੱਛਾਈਆਂ ਦਾ ਸਾਬਣ ਮੇਰੇ ਕੋਲ ਬਹੁਤ ਥੋੜਾ ਆ, ਹੈ ਨਾ। ਉਹ ਕਹਿੰਦੇ ਮੈਂ ਰੋਂਦਾ, ਮੈਂ ਤਾਂ ਦੇਖ ਦੇਖ ਕੇ ਆਪਣੇ ਮਨ ਨੂੰ, ਇੰਨਾ ਮੈਲਾ ਮੇਰਾ ਮਨ। ਬਹੁਤੇ ਦਾਗ ਲਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ। ਇੰਨੀਆਂ ਬੁਰਾਈਆਂ ਨੇ, ਮੈਂ ਕਿਹੜੀ ਕਿਹੜੀ ਸਾਫ਼ ਕਰ ਲਵਾਂ, ਇੰਨਾ ਮੈਂ ਮੈਲਾਂ ਨਾਲ ਭਰਿਆ ਮੇਰਾ ਮਨ। ਇਹਨਾਂ ਦਾਗਾਂ ਦੀ ਕੋਈ ਕੀਮਤ ਨਹੀਂ, ਮੈਂ ਕਿਉਂ ਕਰ ਅੱਛੀ ਹੋਵਾਂ। ਦੱਸੇ ਹੀ ਨਹੀਂ ਜਾ ਸਕਦੇ, ਇੰਨਾ ਇਹਨਾਂ ਦਾ ਬੋਝ ਆ, ਇਹਨਾਂ ਦੀ ਇੰਨੇ ਮੇਰੇ ਮੈਲਾ ਮਨ ਇਹਦਾ ਇੰਨਾ ਬੋਝ ਮੇਰੇ ਤੇ ਪਿਆ ਆ। ਇਹ ਕਿਵੇਂ, ਕਿਉਂ ਕਰ ਅੱਛੀ ਹੋਵਾਂ ਮੈਂ? ਸਾਹਿਬ ਜੀ ਕਿਵੇਂ ਅੱਛੀ ਹੋ ਪਾਵਾਂਗੀ? ਇਹ ਜਿੰਦ ਹੁਣ ਬੇਨਤੀ ਕਰ ਰਹੀ ਆ। ਫਿਰ ਕੀ ਬੇਨਤੀ ਕੀਤੀ ਕਵੀ ਜੀ ਨੇ? ਉਹ ਕਹਿੰਦੇ ਨੇ, ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ, ਮੈਂ ਸੱਚੇ ਸਾਬਣ ਧੋਵਾਂ। ਮਹਾਰਾਜ ਜੀ, ਤੁਸੀਂ ਮੈਨੂੰ ਅੰਤਰਾਤਮੀ ਆਪਣੇ ਦਰਸ਼ਨ ਦੇ ਦਾਰੇ ਬਖਸ਼ ਦਿਓ, ਤਾਂ ਕਿ ਉਹ ਤੁਹਾਡੇ ਦਰਸ਼ਨਾਂ ਨਾਲ ਹੀ ਮੇਰੀਆਂ ਸਾਰੀਆਂ ਮੈਲਾਂ ਜਿਹੜੀਆਂ ਧੋਤੀਆਂ ਜਾਣ। ਬਸ ਅਸੀਂ ਵੀ ਇਹੀ ਬੇਨਤੀ ਕਰੀਏ ਮਹਾਰਾਜ ਦੇ ਚਰਨਾਂ ਵਿੱਚ। ਕਿੰਨਾ ਸਾਡਾ ਵੀ ਮਨ ਮੈਲਾ ਸੰਗਤ ਜੀ, ਨਹੀਂ ਦੇਖਦੇ ਆਪਣੇ ਮਨ ਨੂੰ, ਸਿਰਫ ਦੁਨੀਆ ਦੇਖੀ ਜਾ ਰਹੇ ਹਾਂ, ਦੂਸਰਿਆਂ ਦੀ ਮੈਲ। ਦੂਸਰੇ ਛੱਡੋ, ਘਰ 'ਚ ਹੀ ਆਪਣੇ 4 ਰਿਸ਼ਤੇਦਾਰਾਂ ਦੇ ਇੱਥੇ ਹੀ ਤੱਕ ਹੀ ਅਸੀਂ ਸੀਮਤ ਹਾਂ। ਉਹ ਇੱਦਾਂ ਦਾ, ਉਹ ਇੱਦਾਂ ਦਾ, ਉਹ ਇੱਦਾਂ ਦਾ। ਵਾਕਈ ਜਿਹੜੇ ਕੋਈ ਇਸ਼ੂਜ਼ ਨੇ, ਉਹ ਤਾਂ ਠੀਕ ਹੈ, ਆਪਾਂ ਦੇਖਣੇ, ਚਰਚਾ ਵੀ ਕਰਨੀ, ਪਰ ਹੈ ਨਾ, ਇੱਥੇ ਅਸੀਂ ਫਸੇ ਹਾਂ। ਅਸੀਂ ਵੀ ਇਹੀ ਬੇਨਤੀਆਂ ਕਰੀਏ ਕਿ ਸੱਚੇ ਸ੍ਰੀ ਸਾਹਿਬ ਜੀ ਮੈਨੂੰ ਦਰਸ਼ਨ ਦੇਵੋ, ਮੈਂ ਦਰਸ਼ਨ ਬਖਸ਼ੋ, ਮੈਂ ਸੱਚੇ ਸਾਬਣ ਧੋਵਾਂ। ਮਹਾਰਾਜ ਜੀ, ਸਾਡੇ ਵੀ ਅੰਤਰਾਤਮੇ ਦਰਸ਼ਨ ਦਿਓ, ਤਾਂ ਕਿ ਸਾਡੀਆਂ ਮੈਲਾਂ ਜਿਹੜੀਆਂ ਉਹ ਧੋਤੀਆਂ ਜਾਣ। ਸੰਗਤ, ਸਾਰੀ ਸੰਗਤ ਨੂੰ ਬੇਨਤੀ ਹੈ, ਆਪਣਾ ਨੇਮ ਪ੍ਰੇਮ ਵਧਾਈਏ। ਇਹ ਸਾਬਣ ਜਿਹੜਾ ਨੇਮ ਦਾ ਲੱਗਣਾ ਭਰਿਆ, ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਨਾਮ ਦੇ ਰੰਗ ਵਿੱਚ, ਰੱਬੀ ਗੁਣਾਂ ਵਿੱਚ ਸਾਡੀਆਂ ਮੈਲਾਂ ਧੋਤੀਆਂ ਜਾਣੀਆਂ ਨੇ। ਮਹਾਰਾਜ ਨੇ ਸਾਬਣ ਸਾਨੂੰ ਸਾਰਿਆਂ ਨੂੰ ਦਿੱਤਾ ਹੋਇਆ, ਪੂਰੇ ਜਗਤ ਨੂੰ ਦਿੱਤਾ ਹੋਇਆ। ਬਸ ਗੱਲ ਹੈ, ਉਹ ਸਾਬਣ ਦੇ ਨਾਲ ਰਗੜੀਏ ਆਪਣੀ ਮਨ ਰੂਪੀ ਮੈਲੀ ਚਾਦਰ ਨੂੰ ਅਸੀਂ ਸਾਰੇ ਜਾਣੇ। ਔਰ ਜੋ ਮਹਾਰਾਜ ਨੇ ਬਾਣੀ ਵਿੱਚ ਕਿਹਾ, ਉਹ ਸੰਸਾਰ ਉਪਰਾਲੇ ਕਰੀਏ, ਜੀਵਨ ਸਾਡਾ ਚੱਲੇ। ਸੰਗਤ ਜੀ, ਕੋਟਾਨ ਕੋਟਾਨ ਸ਼ੁਕਰਾਨਾ ਆਪ ਸਾਰੀ ਸੰਗਤ ਦਾ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ, ਹਮੇਸ਼ਾ ਹੀ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਣਾ। ਸੰਗਤ ਜੀ, ਤੁਹਾਡੇ ਹੀ ਚਰਨਾਂ ਦੀ ਧੂੜੀ ਪਿੱਛੇ ਮਹਾਰਾਜ ਜੀ ਸਾਨੂੰ ਵੀ ਸੰਗਤ ਵਿੱਚ ਬਿਠਾਈ ਰੱਖਣਗੇ। ਸੰਗਤ ਜੀ, ਔਰ ਤੁਹਾਡੀਆਂ ਹੀ ਅਸੀਸਾਂ ਨਾਲ ਸਾਡੀਆਂ ਵੀ ਮੈਲਾਂ ਜਿਹੜੀਆਂ ਮਹਾਰਾਜ ਜੀ ਬਖਸ਼ ਦੇਣਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।